ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਹੁਣ ਪਹੁੰਚੇ ਹੋਏ ਹੈਗੇ ਆ ਇੱਥੇ ਸਿੰਘ ਸਭਾ ਈਸਟ ਬਾਰਕਿੰਗ, ਜਿੱਥੇ ਇੱਥੇ ਦੀਆਂ ਸੰਗਤਾਂ, ਇੱਥੇ ਦੀ ਕਮੇਟੀ ਨੇ ਸਾਰੇ ਰਲ ਮਿਲ ਕੇ ਇੱਥੇ ਇੱਕ ਬਹੁਤ ਵੱਡਾ ਉਪਰਾਲਾ ਸ਼ੁਰੂ ਕੀਤਾ ਹੋਇਆ ਵਾ ਗੁਰਦੁਆਰਾ ਸਾਹਿਬ ਦੇ ਨਾਲ ਦੀ ਇੱਕ ਐਕਸਟੈਂਸ਼ਨ ਕਰਨ ਵਾਸਤੇ। ਅਸੀਂ ਅੱਜ ਅਪਡੇਟ ਲੈਣ ਆਏ ਆ ਤੇ ਅਸੀਂ ਅਪਡੇਟ ਤੁਹਾਨੂੰ ਦਿਖਾਉਂਦੇ ਆ ਕਿੱਥੇ ਤੱਕ ਹੋਏ ਪਹੁੰਚੇ ਹੋਏ ਆ ਤੇ ਸੰਗਤਾਂ ਦਾ ਖਿਆਲ ਵੀ ਲੈਂਦੇ ਆ ਤੇ ਇਹਨਾਂ ਦੇ ਕੀ ਉਤਸ਼ਾਹ ਨੇ ਇੱਥੇ ਜਦੋਂ ਨਵੀਂ ਬਿਲਡਿੰਗ ਖੋਲੀ ਜਾਊਗੀ। ਅੱਜ ਉਹਨਾਂ ਨੂੰ ਮਿਲਦੇ ਕਮੇਟੀ ਦੇ ਨਾਲ। ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਸਾਰੀ ਕਮੇਟੀ, ਮੌਜੂਦਾ ਕਮੇਟੀ ਇੱਥੇ ਦੀ ਹੁਣ ਸਾਡੇ ਨਾਲ ਹੈਗੇ ਆ। ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹੈਗੇ ਆ ਤੇ ਕਿੱਥੇ ਤੱਕ ਪ੍ਰੋਜੈਕਟ ਪਹੁੰਚਿਆ ਹੈਗਾ ਵਾ ਤੇ ਕਿੱਦਾਂ ਹਜੇ ਸੰਗਤਾਂ ਸਪੋਰਟ ਕਰ ਸਕਦੀਆਂ। ਤੇ ਸਾਡੇ ਨਾਲ ਹੁਣ ਹੈਗੇ ਆ ਇੱਥੇ ਦੇ ਮੁੱਖ ਸੇਵਾਦਾਰ ਮੇਜਰ ਸਿੰਘ ਬਾਸੀ ਹੋਣੀ ਤੇ ਉਹਨਾਂ ਨਾਲ ਗੱਲ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਕਲ ਜੀ ਸੰਗਤਾਂ ਨੂੰ ਦੱਸੋ ਕਿੰਨਾ ਸੋਹਣਾ ਪ੍ਰੋਜੈਕਟ ਚੱਲ ਰਿਹਾ ਹੈਗਾ ਵਾ, ਕਿੱਦਾਂ ਸੰਗਤਾਂ ਹੰਗਾਰਾ ਭਰ ਕੇ ਸਾਰਾ ਸਾਥ ਦੇ ਰਹੀਆਂ ਹੈਗੀਆਂ ਤੇ ਕਿੱਦਾਂ ਕਮੇਟੀ ਸਾਰੀ ਇਕੱਠੇ ਕੰਮ ਕਰ ਰਹੇ ਹੈਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਇਹ ਪ੍ਰੋਜੈਕਟ ਪਿਛਲੇ ਤਕਰੀਬਨ 8 ਸਾਲਾਂ ਤੋਂ ਆਰੰਭ ਸ਼ੁਰੂ ਕੀਤਾ ਹੋਇਆ ਸੀ, ਜਿਹੜਾ ਕਿ ਪਿਛਲੀਆਂ ਸਾਰੀਆਂ ਕਮੇਟੀਆਂ ਜਿਹੜੀਆਂ ਵੀ 3-4 ਕਮੇਟੀਆਂ ਆਈਆਂ ਉਹਨਾਂ ਸਾਰਿਆਂ ਨੇ ਆਪੋ ਆਪਣੇ ਢੰਗ ਨਾਲ ਕੁਛ ਨਾ ਕੁਛ ਇਹਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਆ ਹੈ। ਪਰ ਵਾਹਿਗੁਰੂ ਦੀ ਬਖਸ਼ਿਸ਼ ਐਸੀ ਹੋਈ ਹੈ ਕਿ ਇਹ ਪ੍ਰੋਗਰਾਮ ਸਾਡੇ ਜਿੰਮੇ ਆਇਆ ਕਿ ਅਸੀਂ ਜਦੋਂ ਤੋਂ ਕਮੇਟੀ ਆਈ ਹੈ ਅਸੀਂ ਜੁਲਾਈ ਦੇ ਵਿੱਚ ਚਾਰਜ ਸੰਭਾਲਿਆ ਸੀ 16 ਦੇ ਵਿੱਚ, ਤੇ ਗੁਰੂ ਨਾਨਕ ਸਾਹਿਬ ਦੇ ਅਵਤਾਰ ਪੁਰਬ ਤੇ ਨਵੰਬਰ ਦੇ ਵਿੱਚ ਇਸ ਦੀ ਨੀਂਹ ਪੱਥਰ ਰੱਖ ਦਿੱਤਾ ਸੀ ਤੇ ਅਸੀਂ ਆਸ ਕਰਦੇ ਹਾਂ ਇਹਨੂੰ 3 ਸਾਲਾਂ ਦੇ ਵਿੱਚ ਅੰਦਰ ਕੰਪਲੀਸ਼ਨ ਹੋਣ ਦੀ। ਤੇ ਇਹ ਮੈਂ ਆਪ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਇਸ ਵਿੱਚ ਆਪਣਾ ਜਿਤਨਾ ਵੀ ਵੱਧ ਤੋਂ ਵੱਧ ਯੋਗਦਾਨ ਪਾ ਸਕਦੇ ਹੋ ਪਾਉਣ ਦੀ ਕਿਰਪਾਲਤਾ ਕਰਨੀ। ਈਸਟ ਲੰਡਨ ਅਤੇ ਐਸਐਕਸ ਇਲਾਕਾ ਜਿਹਦੇ ਵਿੱਚ ਈਸਟ ਹੈਮ, ਬਾਰਕਿੰਗ, ਡੈਗਰਮ, ਰੈੱਡ ਬ੍ਰਿਜ, ਹੈਵਰਿੰਗ ਤੇ ਹੋਰ ਰਮਫੋਰਡ, ਰੇਨਮ ਤੇ ਹੋਰ ਸਾਰੇ ਇਲਾਕੇ ਆ ਜਾਂਦੇ ਹਨ। ਉਹਨਾਂ ਸਾਰੇ ਇਲਾਕਿਆਂ ਵਿੱਚ ਰਹਿਣ ਵਾਲੀ ਸਿੰਘ ਸਭਾ ਲੰਡਨ ਈਸਟ ਗੁਰਦੁਆਰਾ ਸਾਹਿਬ ਸੈਵਨ ਕਿੰਗ ਅਤੇ ਬਾਰਕਿੰਗ ਦੀ ਜੋ ਪ੍ਰਬੰਧਕ ਕਮੇਟੀ ਹੈ, ਉਸੇ ਕਮੇਟੀ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਤੁਹਾਡੇ ਸਹਿਯੋਗ ਦੇ ਨਾਲ। ਤੇ ਮੈਂ ਜਿਹੜਾ ਬੰਦਿਆਂ ਨੇ ਅੱਜ ਤੱਕ ਸੇਵਾ ਕਰ ਚੁੱਕੇ ਹਨ, ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਆਪਣੇ ਵੱਲੋਂ ਤੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਤੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਇਹਦੇ ਵਿੱਚ ਪੈਸਿਆਂ ਵਾਸਤੇ ਸ਼ੇਅਰ ਨਹੀਂ ਪਾਇਆ, ਮੈਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਸ ਵਿੱਚ ਆਪਣਾ ਵੱਧ ਤੋਂ ਵੱਧ ਹਿੱਸਾ ਪਾ ਕੇ ਧੰਨਵਾਦੀ ਬਣਾਓ। ਅਤੇ ਇਹਨਾਂ ਕਹਿੰਦਾ ਹੋਇਆ ਇੱਥੇ ਆਏ ਹੋਏ ਸਾਰੇ ਹੀ ਮੇਰੇ ਵੀਰਾਂ ਦਾ ਤੇ ਟੈਲੀਵਿਜ਼ਨ ਵਾਲਿਆਂ ਦਾ ਖਾਸ ਕਰਕੇ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਹੁਣ ਸਾਡੇ ਨਾਲ ਮਨਦੀਪ ਸਿੰਘ ਹੈਗੇ ਨੇ, ਜਿਹੜੇ ਹੈਗੇ ਮੈਂਬਰ ਸਬ ਕਮੇਟੀ ਦੇ ਬਿਲਡਿੰਗ ਦੇ, ਉਹਨਾਂ ਨਾਲ ਗੱਲ ਕਰਦੇ ਹੈਗੇ ਆ, ਉਹ ਵੀ ਆਪਣੇ ਖਿਆਲ ਦੱਸਣ। ਹਾਂਜੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। What do you reckon what's happening with this amazing project? It is a pretty big project and it has taken a few years, but I think you're getting closer to the finishing stages now, and which is great to see. But what facilities would be accommodated here for the youngsters, especially for people of our age that can come to the Gurdwara and learn something about the Sikh faith? What do you reckon? Yeah, basically, I just want to thank our architect who has had a look at our local need on the existing building, and obviously that's been there since the 1970s, and we've got to the stage now where we've sort of outgrown the building and the local community has outgrown the building. We had a programme yesterday whereby there wasn't enough room of Sikhi camps monthly, where we're inviting the kids. Obviously the local youth want to grow that furthermore, over 100 kids plus in here, but we're just running out of space. So the current committee and the previous committees have both recognised that, and we have now developed the way forward in incorporating all of that within the design. And just want to congratulate the building subcommittee, the current committee and the whole design team, who have been working very hardly, especially in the last sort of 12 to 18 months, to develop the project to where it is today. Like the architect said earlier on, there's been a lot of complications within the ground and sewers and stuff due to the history of the site, but all of that's now been overcome, and the programme is running on time, and hopefully we're looking at ways to bring it forward so we can get this great facility in use for our local community. Members of our local community having to travel to other areas to facilitate programs, weddings, etc., because the current facilities locally just don't meet the current need and the current standards. So congratulations to the build committee, the design team, and our current committee who has supported us as a building subcommittee and allowed us to put our input in there to get the maximum result. And hopefully once this phase of this Guru Grad's
over, we've got the existing building. So there's further plans to increase the parking, increase the sports facilities, increase the community facilities. So it doesn't end here for our community, and we've got hopefully got big plans to deliver. So we need the Sangat support in order to get these plans over the line. It sounds pretty amazing with all the ideas you guys have got, and it's great to see. And I think it's been reiterated by all the people that's spoken so far that everyone's working collectively. And regardless of the subcommittee, not committee members, non-members, which is great to see. And it's also great that the Sangat is supporting you. And I obviously, like I said, I'll stop you from continuing to ask for an appeal, but I would obviously ask you to ask the Sangat for support. But are the youngsters getting involved, or is it just majority the elders? Yeah, the general approach of the current committee. So I'm part of the youth committee. We have an active youth committee, and the general approach of this Guru Gardens committee is to encourage the youngsters to get involved, not just in specific projects like this, but also into the management of the Guru Garden. So we've got an active youth committee who gets involved with all the Guru Gardens programs, the main events, the Nagar Kirtans. We've got active sports facilities. On a Sunday we have a class where there's over 100 kids that train, and this is also supported by our seniors who have laid the foundations for us to deliver on this, but training us for our future to hopefully grow this for the youth, because without the youth there isn't a future in the Guru Gardens. And I'm proud to say our current committee recognises this and encourages this. Yeah, definitely. The Gurdwaras are definitely as a hub for the community, and what you've got here and what you're building is going to become that at a better scale, huh? So it's great to see that. Anything you'd like to add more in regards to the project? Yes, it's an exciting time for our local community. So let's hopefully get this done and move on to the next phase. Vaheguru Ji Ka Khalsa, Vaheguru Ji. जो तुहाडा दिता होया दान है, बिल्डिंग फंड है, वो सारा ही जो है जोग समय सिर लग रहा, ते नाल मैं जिस तरह दस्या भी प्रोजेक्ट भी टाइम सिर चल रहा, ते जेड़ा बजट भी जेड़ा हैगा वो भी तुसी नालों नाल पैसे दे रहे हो, वो भी बिल्कुल सो फार सो गुड। अज उचेचे तौर पर मैं धन्यवाद कर देवां, सिख चैनल की टीम आई है। सिख चैनल की टीम ने कवरेज बाहर जो बिल्डिंग अपनी जी आप अक्तूबर च शुरू की सी, वो कित्थे तक गई आ उन्होंने, ते कुछ अज जी यदी प्रोग्रेस हुई आ ये असी लेटर ऑन तुहानूं दसांगे। ये सारी कवरेज जी इन्होंने दूर दराडे सारी दुनिया च पहुँचाउणी आ। वो इस करके आ कि कोई भी गुरु घर जिहड़ा वो सिर्फ लोकल संगत लई नहीं, अज इत्थे भी बाहरों संगत किन्नी आई होएगी, विआहां शादियां ते किते बर्मिंघम तो बरात आ गई, किते न्यू कासल तो आ गई। सो गुरु घर वरतदे ने सारे, ते आपां भी बाहर जांदे हां। वो इसलिए कि जिहड़ा असी बिल्डिंग की अपील करते हैं बिल्डिंग फंड लई, होर भी दानी सज्जन दुनिया भर चों देश दे विचों इस दे विच योग हिस्सा पा सकन। इसलिए अज असी इस प्रोजेक्ट नूं जिहड़ा हैगा सिख चैनल की टीम राही, सिख चैनल के माध्यम राही, कम्यूनीकेशन राही असी समुची सिख कौम तक, समूह जगत तक, सारे देशों के विच पहुँचा रहे हैं। सब तो पहला हजूरी जथा मैं बेनती कर देवां कि वो तकरीबन पहला मैं 20 मिनट की बेनती कर देवां, उस तो बाद शायद टाइम एक्सटेंड कर दईए। तो जरूर ही इन्हां दे शब्द तो बाद जां दो शब्द इन्हां दे गान करन तो बाद कुछ बुलारियां ने सारी प्रोग्रेस रिपोर्ट देनी है। साडे सत्कारयोग आर्कीटैक्ट आए ने, उन्होंने इस ही तरह ही फंडिंग की किस तरह चल रही है, सो काफ़ी उस दे विच रिपोर्ट्स ने 5-6 मैंबरों तो। सो सब तो पहला मैं हजूरी जथे नूं बेनती करांगा कि वो शब्द गायन करन, तकरीबन 20 मिनट वास्ते। अगला प्रोग्राम फिर दर्शाया जाएगा। सबना दा धन्यवाद करदा होया। अकाल मूरत मूरत अर्जुनी सभं गुर प्रसाद जप
ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੇ ही सच हम अवगुण पहरे एक गुण नाही अमृत छाड़ बिख बिख खाए खाए माया मोह परम पै भूले भोले भोले सुत दारा सो प्रीत लगाई एक उत्तम पंथ सुनियो गुर संगत गुर संगत गुर संगत तह मिलंत जम त्रास मिटाई एक अरदास पहाट की रत की रत की गुरु रामदास राखो शरणाई आनंद गुण निधान गुरु गरीब निवाज गरीब निवाज गरीब निवाज सब जग फिर मैं देखिया सब जग फिर मैं देखिया हर इको दाता सब जग फिर मैं देखिया सब जग फिर मैं देखिया सब जग फिर मैं देखिया हर को दाता उपाय कितै न पाइया हर कर्म विदाता सब जग फिर मैं देखिया सब जग फिर मैं देखिया हर को दाता सब जग फिर मैं देखिया गुर शब्दी हर मन वसै गुर शब्दी हर मन वसै हर सहज जाता जाता गुर शब्दी हर मन वसै गुर शब्दी हर मन वसै हर सहज जाता सहज जाता सब जग फिर मैं देखिया सब जग फिर मैं देखिया हर को दाता सब जग फिर मैं देखिया सब जग फिर मैं देखिया
ਸਭ ਜਗ ਫਿਰ ਮੈਂ ਦੇਖਿਆ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਅਗਨ ਬੁਝੀ, ਅਗਨ ਬੁਝੀ, ਅੰਦਰੋਂ ਤ੍ਰਿਸ਼ਨਾ ਅਗਨ ਬੁਝੀ। ਤ੍ਰਿਸ਼ਨਾ ਤ੍ਰਿਸ਼ਨਾ ਅੰਦਰੋਂ ਤ੍ਰਿਸ਼ਨਾ ਅਗਨ ਬੁਝੀ। ਸਾਨੀ ਧਾ ਮ ਪ ਗ ਮ ਗ ਰੇ ਸਾ ਨੀ ਧਾ ਧਾ ਨੀ ਸਾ ਰੇ ਗ ਰੇ ਸਾ, ਗ ਰੇ ਸਾ ਨੀ ਧਾ ਧਾ ਨੀ ਸਾ ਰੇ ਗ ਮ ਗ ਰੇ ਸਾ। ਤ੍ਰਿਸ਼ਨਾ ਅੰਦਰੋਂ ਤ੍ਰਿਸ਼ਨਾ ਅਗਨ ਬੁਝੀ। ਹਰੇ ਦਾਨੀ ਦਾਨੀ ਨੀ ਧਾ ਮ ਗ ਮ ਦਾਨੀ ਦਾਨੀ ਧਾ ਮ ਗ ਰੇ ਗ ਰੇ ਸਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ। ਹਰਿ ਅੰਮ੍ਰਿਤ ਸਰਨਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰਨਾਤਾ। ਵੱਡੀ ਵਡਿਆਈ ਵੱਡੇ ਕੀ, ਵੱਡੇ ਕੀ, ਗੁਰਮੁਖ ਬੋਲਾਤਾ। ਸਭ ਜਗ ਫਿਰ ਮੈਂ ਦੇਖਿਆ, ਸਭ ਜਗ ਫਿਰ ਮੈਂ ਦੇਖਿਆ। ਹਰਿ ਕੋ ਦਾਤਾ ਸਭ ਜਗ ਫਿਰ ਮੈਂ ਦੇਖਿਆ। ਸਭ ਜਗ ਫਿਰ ਮੈਂ ਦੇਖਿਆ। ਹਰਿ ਕੋ ਦਾਤਾ ਸਭ ਜਗ ਫਿਰ ਮੈਂ ਦੇਖਿਆ। ਸਭ ਜਗ ਫਿਰ ਮੈਂ ਦੇਖਿਆ। ਹਰ ਇੱਕੋ ਦਾਤਾ ਪਾਏ ਕਿਤੈ ਨ ਪਾਈਐ। ਹਰ ਕਰਮ ਵਿਦਾਤਾ ਸਭ ਜਗ ਫਿਰ ਮੈਂ ਦੇਖਿਆ। ਹਰ ਇੱਕੋ ਦਾਤਾ। ਸਾਧ ਸੰਗਤ ਜੀ, ਸਿੱਖ ਚੈਨਲ ਦੇ ਕਮਿਊਨੀਕੇਸ਼ਨ ਰਾਹੀਂ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਹੈ ਅੱਜ ਈਸਟ ਲੰਡਨ ਤੋਂ ਇਹ ਬੇਨਤੀ ਜਿਹੜੀ ਜਾ ਰਹੀ ਆ, ਸਾਰੀਆਂ ਹੀ ਕਮੇਟੀਆਂ ਜਿੰਨੇ ਚਿਰ ਤੋਂ ਵੀ 1971 ਤੋਂ ਗੁਰਦੁਆਰਾ ਚੱਲਿਆ ਆ ਰਿਹਾ ਕੰਮ ਕਰਦੀਆਂ ਆ ਰਹੀਆਂ ਤੇ ਕਈ ਕੁਝ ਜੁੜਦਾ ਰਿਹਾ ਵੱਧਦਾ ਰਿਹਾ। ਇਹ ਕੋਈ ਸਾਡਾ ਹੀ ਗੁਰਦੁਆਰਾ ਨਹੀਂ, ਬਾਕੀ ਸਾਰਿਆਂ ਦੇ ਦੁਨੀਆ ਦੇ ਗੁਰੂ ਘਰਾਂ 'ਚ ਦੇਖੋ ਇੱਟਾਂ ਲੱਗੀਆਂ ਹੀ ਆ, ਲੱਥੀਆਂ ਨਹੀਂ ਕਿਸੇ ਨਾਲੋਂ। ਸਾਧ ਸੰਗਤ ਜੀ, ਅੱਜ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਸਿੰਘ ਸਭਾ ਲੰਡਨ ਈਸਟ ਦੋਨਾਂ ਗੁਰੂ ਘਰਾਂ ਦੇ ਵਿੱਚ, ਮੈਂ ਪਹਿਲਾਂ ਸੈਵਨ ਕਿੰਗ ਦੀ ਗੱਲ ਕਰ ਰਹਾ ਕਿ ਜਿੱਡੀ ਬਿਲਡਿੰਗ ਹੈ ਉਸ ਦੇ ਨਾਲ ਪਰਲੇ ਪਾਸੇ ਸੜਕ ਵਾਲੇ ਪਾਸੇ ਜਿਹੜਾ ਏਰੀਆ ਢਾਇਆ ਗਿਆ ਉਹ 3 ਮੰਜ਼ਲੀ ਜਿਹੜੀ ਆ ਉੱਥੇ ਬਿਲਡਿੰਗ ਬਣਨੀ ਆ। ਪਹਿਲਾਂ 2 ਮੰਜ਼ਲੀ ਜਿਹੜੀ ਆ ਉਹਦਾ ਠੇਕਾ ਦਿੱਤਾ ਗਿਆ ਤੇ ਉਹ 8,80,000 ਦਾ ਠੇਕਾ, ਨਾਲ ਹੀ ਤੀਸਰੀ ਬਣਾਉਣੀ ਪੈਣੀ ਕਿਉਂਕਿ ਆਪਾਂ ਦੂਸਰੀ ਜਿਹੜੀ ਆ ਨਾ ਜਿਹੜੀ ਬਿਲਡਿੰਗ ਐਗਜ਼ਿਸਟਿੰਗ ਆ ਉਹਦੇ ਨਾਲ ਮੈਚ ਕਰ ਦੇਣੀ ਆ ਬਿਲਕੁਲ ਬਾਹਰੋਂ। 2.5 ਲੱਖ ਉਹਦੇ ਤੇ ਲੱਗਣ ਦੀ ਆਸ ਆ, ਸੋ 11,30,000 ਉਹਦਾ ਖਰਚਾ ਔਰ ਉੱਥੇ ਜਿਹੜਾ ਨੀਹਾਂ ਪਰ ਹੋ ਰਹੀਆਂ ਨੇ। ਗੱਲ ਕਰੀਏ ਹੁਣ ਪਾਰਕਿੰਗ ਦੀ, ਅਕਤੂਬਰ ਪਿਛਲੇ ਸਾਲ ਜਿਹੜਾ ਹੈਗਾ ਤੁਹਾਡੇ ਸਾਰਿਆਂ ਦੀ ਸਲਾਹ ਦੇ ਨਾਲ, ਬਾਅਦ ਦੇ ਵਿੱਚ ਮੈਂ ਡਿਟੇਲ ਦੇਵਾਂਗਾ ਕਿਸ ਤਰ੍ਹਾਂ ਆਪਾਂ ਨੇ ਇਹਨੂੰ ਪਾਸ ਕੀਤਾ। ਅਕਤੂਬਰ 17 ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਹੈਗਾ ਬਿਲਡਿੰਗ ਦਾ ਕੰਮ ਸ਼ੁਰੂ ਹੋ ਗਿਆ ਸੀ। ਫਸਟ ਫੇਜ਼ ਜਿਹੜਾ ਹੈਗਾ ਸੈਮੀ ਸੰਕਨ ਕਾਰ ਪਾਰਕ ਤੇ ਰੇਜ਼ਡ ਗਰਾਊਂਡ ਫਲੋਰ ਬਣ ਚੁੱਕਾ। ਦੂਸਰੀ ਫੇਜ਼ ਜਿਹੜੀ ਹੈਗੀ ਆ ਸਟੀਲ ਜਿਹੜਾ ਉਹ ਦਿਸਣਾ ਸ਼ੁਰੂ ਹੋ ਗਿਆ, ਹੁਣ ਤਕਰੀਬਨ ਕੰਪਲੀਟ ਆ।
ਹੁਣ ਪਤਾ ਲੱਗਦਾ ਹੈ ਕਿੱਡੀ ਬਿਲਡਿੰਗ ਬਣਨੀ ਆ। ਪੱਥਰ ਇੰਡੀਆ ਤੋਂ ਆਣਾ ਜਿਹੜਾ ਉਹਦੀ ਸਿਲੈਕਸ਼ਨ ਹੋ ਚੁੱਕੀ ਆ। ਹੁਣ ਮੈਂ ਖਿਮਾ ਮੰਗਦਾ, ਇੱਕ ਦੋ ਲਾਸਟ ਮੀਟਿੰਗਾਂ ਨਹੀਂ ਕਰ ਸਕਿਆ, ਅਟੈਂਡ ਨਹੀਂ ਕਰ ਸਕਿਆ। ਰੂਫ ਤੇ ਕੰਧਾਂ ਜਿਹੜੀਆਂ ਬਣਨੀਆਂ ਉਹਨਾਂ ਦੇ ਜਿਹੜੇ ਆ ਕੰਟਰੈਕਟਰ ਜਿਹੜੇ ਹੈਗੇ ਆ ਲੱਭੇ ਜਾ ਰਹੇ ਨੇ। ਉਸ ਤੋਂ ਬਾਅਦ ਆ ਮਕੈਨੀਕਲ, ਇਲੈਕਟ੍ਰੀਕਲ ਤੇ ਅਖੀਰ ਤੇ ਲੈਂਡਸਕੇਪਿੰਗ 2 ਸਾਲ ਤਕਰੀਬਨ ਹੋਰ ਲੱਗਣ ਦੀ ਆਸ ਆ। 7.5 ਮਿਲੀਅਨ ਦਾ ਇਹ ਪ੍ਰੋਜੈਕਟ ਹੈ ਆਪਣੇ ਕੋਲ ਤੇ 7.5 ਮਿਲੀਅਨ 75 ਲੱਖ ਇਹ ਲਾ ਲਓ, 11,30,000 ਉਥੋਂ ਉਹ 7 ਕਿੰਗ ਦਾ 86 ਲੱਖ ਕੁਝ। ਸਾਧ ਸੰਗਤ ਜੀ, ਆਪਾਂ ਹੀ ਰਲ ਮਿਲ ਕੇ ਸਲਾਹ ਦੇ ਨਾਲ ਸ਼ੁਰੂ ਕੀਤਾ। ਆਪਾਂ ਹੀ ਸੰਗਤਾਂ ਨੇ, ਸਿੱਖ ਸੰਗਤਾਂ ਨੇ ਇਹਨੂੰ ਸਿਰੇ ਚਾੜਨਾ। ਬਹੁਤ ਤੁਹਾਡੇ ਵਿੱਚੋਂ ਇੰਡੀਵਿਜੂਅਲਸ ਨੇ, ਸੰਗਤਾਂ ਨੇ ਬੇਅੰਤ ਮਾਇਆ ਦਿੱਤੀ ਆ, ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਾਕੀਆਂ ਨੂੰ ਸਮੇਂ-ਸਮੇਂ ਸਿਰ ਬੇਨਤੀ ਕਰਦੇ ਰਹੀਦਾ। ਅੱਜ ਨਿੱਜਰ ਪਰਿਵਾਰ ਵੱਲੋਂ ਆਪਾਂ ਸੱਦੇ ਤੇ ਬਹੁਤੇ ਮੈਂਬਰ ਆਏ ਆ, ਜਾਂ ਸੰਗਤ ਦੇ ਮੈਂਬਰ ਜਿਹੜੇ ਵੀ ਬੈਠੇ ਨੇ। ਜਿੱਥੇ ਮੈਂ ਅੱਗੇ ਦੱਸਿਆ ਕਿ ਨਿੱਜਰ ਪਰਿਵਾਰ ਨੇ ਇੱਕ ਨਵੀਂ ਪਿਰਤ ਪਾਈ ਆ ਕਿ ਆਪਣੀ ਬੱਚੀ ਦੇ ਵਿਆਹ ਤੇ ਜਿੰਨੇ ਵੀ ਸਗਨ ਮਿਲੇ ਸੀ 8,250 ਗੁਰੂ ਘਰ ਦੀ ਬਿਲਡਿੰਗ ਫੰਡ ਵਾਸਤੇ ਦੇ ਦਿੱਤੇ ਸੀ। ਅੱਜ ਪਵਨਜੀਤ ਦੇ 21ਵੇਂ ਜਨਮ ਦਿਨ ਤੇ ਜਿੰਨੇ ਵੀ ਲਿਫਾਫੇ ਮਿਲਣੇ ਤੇ ਜਿੰਨਾ ਵੀ ਕੈਸ਼ ਮਿਲਣਾ ਆ ਉਹ ਸਾਰਾ ਹੀ ਨਿੱਜਰ ਪਰਿਵਾਰ ਨੇ ਜਿਹੜਾ ਗੁਰਦੁਆਰੇ ਦੀ ਬਿਲਡਿੰਗ ਫੰਡ ਵਾਸਤੇ ਦੇਣਾ। ਤਹਿ ਦਿਲ ਨੂੰ ਧੰਨਵਾਦ ਕਰਦੇ ਹਾਂ। ਇੱਕ ਜਕਾਰਾ ਤਾਂ ਛੱਡ ਦਿਓ ਯਾਰ ਇਸ ਖੁਸ਼ੀ 'ਚ। ਸੋ ਟੋਟਲ ਜਿਹੜਾ ਹੈਗਾ, ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹ 0.1 ਮਿਲੀਅਨ ਤੋਂ ਉੱਪਰ ਚਲੇ ਜਾਂਦਾ। ਆ ਲਿਫਾਫੇ ਜਿਹੜੇ ਵੱਖਰੇ ਨੇ। ਸਾਧ ਸੰਗਤ ਜੀ, ਮੈਂ ਫਿਰ ਇੱਕ ਵਾਰ ਅਨਾਉਂਸ ਕਰ ਦੇਵਾਂ ਕਿ ਅੱਜ ਖੁਸ਼ੀ ਦੇ ਮੌਕੇ ਤੇ ਆਏ ਗੁਰੂ ਘਰ ਦੀ ਬਿਲਡਿੰਗ ਫੰਡ ਵਾਸਤੇ ਜਿਨ੍ਹਾਂ ਮੈਂਬਰਾਂ ਨੇ ਮਾਇਆ ਦਿੱਤੀ ਹੈ। ਸਰਦਾਰ ਸੁਰਿੰਦਰਪਾਲ ਸਿੰਘ ਬ੍ਰਾਂਚ ਉਹਨਾਂ ਵੱਲੋਂ 11,000, ਸਰਦਾਰ ਜਸਵੀਰ ਸਿੰਘ ਜੀ ਅਟਵਾਲ ਲੀਡਰ ਆਫ ਦੀ ਕੌਂਸਲ ਰੈੱਡ ਬ੍ਰਿਜ ਕੌਂਸਲ ਵੱਲੋਂ 5100 ਪਾਉਂਡ, ਸਰਦਾਰ ਬਲਵੀਰ ਸਿੰਘ ਜੀ, ਸਰਦਾਰ ਸਤਨਾਮ ਸਿੰਘ, ਸਰਦਾਰ ਗੁਰਮੇਲ ਸਿੰਘ, ਇਹਨਾਂ ਤਿੰਨਾਂ ਵੱਲੋਂ 11,000 ਪਾਉਂਡ ਤੇ 10 ਪਹਿਲਾਂ ਵੀ ਦੱਸ ਚੁੱਕਾ ਬੂਟਾ ਸਿੰਘ ਜੀ ਨਿੱਜਰ ਤੇ ਸਰਦਾਰ ਸੀਤਲ ਸਿੰਘ ਜੀ ਬੈਂਸ, ਇਹਨਾਂ ਵੱਲੋਂ ਅੱਜ 20,000 ਰੁਪਏ ਆਇਆ। ਸਰਦਾਰ ਲੈਂਬਰ ਸਿੰਘ ਜੀ ਲੈਲ ਸਾਡੇ ਵਾਈਸ ਪ੍ਰੈਜ਼ੀਡੈਂਟ, ਉਹਨਾਂ ਵੱਲੋਂ 1,000। ਸਰਦਾਰ ਇਕਬਾਲ ਸਿੰਘ ਜੀ ਸ਼ੋਕਰ ਫੈਮਿਲੀ ਵੱਲੋਂ 5100 ਪਾਉਂਡ, ਸਰਦਾਰ ਆਗਿਆਕਾਰ ਸਿੰਘ ਜੀ ਬਡਾਲਾ ਉਹਨਾਂ ਵੱਲੋਂ 5100 ਪਾਉਂਡ ਅਤੇ ਸਰਦਾਰ ਕੁਲਦੀਪ ਸਿੰਘ ਜੀ ਬਿਨਿੰਗ ਉਹਨਾਂ ਵੱਲੋਂ 1100 ਪਾਉਂਡ। ਇਹਨਾਂ ਸਾਰਿਆਂ ਨੇ ਬਿਲਡਿੰਗ ਫੰਡ ਵਾਸਤੇ ਹਿੱਸਾ ਪਾਇਆ। ਪ੍ਰਬੰਧ ਵੱਲੋਂ ਮੈਂ ਤਹਿ ਦਿਲੋਂ ਧੰਨਵਾਦ ਕਰ ਦੇਵਾਂ। ਜਿਹੜੀ ਦਾਸ ਨੇ ਬੇਨਤੀ ਕੀਤੀ ਸੀ ਤੇ ਸਤਿਕਾਰਯੋਗ ਹਜ਼ੂਰੀ ਜਥੇ ਨੇ ਇੱਕ ਕੀਰਤਨ ਦੀ ਸੇਵਾ ਕੀਤੀ ਹੈ ਬਿਲਡਿੰਗ ਫੰਡ ਦੇ ਸੰਬੰਧ ਦੇ ਵਿੱਚ। ਉਸ ਦੇ ਵਿੱਚ ਤੁਸੀਂ ਸਾਰਿਆਂ ਨੇ ਰਲ ਕੇ 1,312 ਪਾਉਂਡ ਜਿਹੜੇ ਦਿੱਤੇ ਹਨ। ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਜੀ ਆਇਆਂ ਕਹਿਣਗੇ ਸਾਡੇ ਇਸ ਸਭਾ ਦੇ ਪ੍ਰਧਾਨ ਸਰਦਾਰ ਮੇਜਰ ਸਿੰਘ ਜੀ ਬਾਸੀ। ਮੇਜਰ ਸਿੰਘ ਜੀ ਬਾਸੀ। ਪਰਮ ਸਤਿਕਾਰਯੋਗ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਸਾਡੇ ਪਾਸ ਸਿੱਖ ਟੀਵੀ, ਸਿੱਖ ਚੈਨਲ ਵਾਲੇ ਵੀਰ ਆਏ ਹੋਏ ਹਨ ਤੇ ਅੱਜ ਜੋ ਇੱਥੇ ਬਿਲਡਿੰਗ ਦਾ ਕੰਮ ਜੋ ਪਿਛਲੇ ਤਕਰੀਬਨ 8 ਸਾਲਾਂ ਤੋਂ ਪਿਛਲੀਆਂ ਕਮੇਟੀਆਂ ਜਿੰਨਾ ਉਹ ਕਰ ਸਕਦੀਆਂ ਸਨ ਕਰਦੀਆਂ ਆਈਆਂ ਤੇ ਉਹ ਪਰ ਸ਼ੁਰੂਆਤ ਜਿਹੜੀ ਸੀਗੀ ਉਹ ਗੁਰੂ ਮਹਾਰਾਜ ਨੇ ਜੋ ਮੌਜੂਦਾ ਪ੍ਰਬੰਧਕ ਕਮੇਟੀ ਹੈ ਇਸ ਨੂੰ ਬਖਸ਼ਿਸ਼ ਕੀਤੀ। ਸੋ ਅਸਾਂ ਨੇ ਜਿਸ ਤਰ੍ਹਾਂ ਸਾਡੇ ਸੈਕਟਰੀ ਸਾਹਿਬ ਹੁੰਦਲ ਜੀ ਹੁਣੀ ਦੱਸੀ ਗਏ ਹਨ ਕਿ ਉਹਨਾਂ ਨੂੰ ਪਿਛਲੇ ਸਾਲ ਅਕਤੂਬਰ ਦੇ ਵਿੱਚ ਤੇ ਗੁਰੂ ਨਾਨਕ ਸਾਹਿਬ ਦੇ ਅਵਤਾਰ ਪੁਰਬ ਤੇ ਉਹਨਾਂ ਦਾ ਸ਼ੁਰੂ ਕੀਤਾ ਸੀ, ਕੰਮ ਸ਼ੁਰੂ ਕੀਤਾ ਸੀ ਤੇ ਆਸ ਰੱਖਦੇ ਹਾਂ ਕਿ ਆਉਣ ਵਾਲੇ ਨੈਕਸਟ ਈਅਰ ਅਕਤੂਬਰ ਗੁਰੂ ਨਾਨਕ ਸਾਹਿਬ ਦੇ ਅਵਤਾਰ ਪੁਰਬ ਤੱਕ ਇਹ ਜ਼ਰੂਰ ਕੰਪਲੀਟ ਹੋ ਜਾਏਗਾ। ਜਿਸ ਤਰ੍ਹਾਂ ਬਾਕੀ ਡਿਟੇਲ ਸਾਰੀ ਹੁੰਦਲ ਸਾਹਿਬ ਆਪ ਜੀ ਨੂੰ ਦੱਸਦੇ ਹੀ ਰਹਿੰਦੇ ਹਨ ਤੇ ਦੱਸਣਗੇ ਵੀ ਜ਼ਰੂਰ। ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਹਾਂ ਤੇ ਦਾਸ ਆਪ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਤੇ ਮੈਂ ਹੁਣ ਸੁੰਦਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਅਗਲਾ ਪ੍ਰੋਗਰਾਮ ਜਿਸ ਤਰ੍ਹਾਂ ਵੀ ਹੈ ਉਹਨੂੰ ਚੱਲਦਾ ਰੱਖਣ ਤੇ ਇੱਕ ਲਿਫਾਫੇ ਸਾਰਿਆਂ ਨੂੰ। ਇਹ ਪ੍ਰੋਗਰਾਮ ਜਿਸ ਤਰ੍ਹਾਂ ਦਾ ਆਖਿਆ ਹੈ ਕਿ 8 ਸਾਲਾਂ ਤੋਂ ਚੱਲਦਾ ਹੈ
ਪਰ ਇਹਨਾਂ 8 ਸਾਲਾਂ ਵਿੱਚ ਕਿਸੇ ਕਮੇਟੀ ਨੇ ਉਹ ਥਾਂ ਖਰੀਦਿਆ, ਕਿਸੇ ਕਮੇਟੀ ਨੇ ਉੱਤੇ ਐਸਟੀਮੇਟ ਲਾਏ, ਕਿਸੇ ਕਮੇਟੀ ਨੇ ਆਪਣੇ ਆਰਕੀਟੈਕਟ ਨਿਯੁਕਤ ਕੀਤੇ, ਤੇ ਉਹਨਾਂ ਸਾਰਿਆਂ ਦਾ ਹੀ ਜਿੰਨਾ ਕੰਮ ਕਿਸੇ ਨੇ ਕੀਤਾ ਹੈ ਮੈਂ ਉਹਨਾਂ ਸਾਰੀਆਂ ਕਮੇਟੀਆਂ ਦਾ ਵੀ ਧੰਨਵਾਦ ਕਰਦਾ ਹਾਂ। ਤੇ ਆਪਣੀ ਮੌਜੂਦਾ ਕਮੇਟੀ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਸੰਗਤਾਂ ਵਿੱਚ ਇਹ ਜਿੰਨੀਆਂ ਵੀ ਈਸਟ ਲੰਡਨ ਐਸਐਕਸ ਦੀਆਂ ਸੰਗਤਾਂ ਹਨ, ਸਿੱਖ ਸੰਗਤਾਂ ਹਨ, ਮੈਂ ਉਹਨਾਂ ਸਾਰੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਪਿਆਰ ਤੇ ਸਤਿਕਾਰ ਨਾਲ ਬੇਨਤੀ ਕਰਦਾ ਹਾਂ ਕਿ ਆਪਣਾ ਯੋਗਦਾਨ ਇਸ ਵਿੱਚ ਜ਼ਰੂਰ ਪਾ ਕੇ ਧੰਨਵਾਦੀ ਬਣਾਓ, ਕਿਉਂਕਿ ਇਹ ਜ਼ਿੰਦਗੀ ਵਿੱਚ ਬਾਰ-ਬਾਰ ਇਹ ਸਮੇਂ ਮੌਕੇ ਨਹੀਂ ਮਿਲਦੇ। ਗੁਰੂ ਕਿਰਪਾ ਕਰੇ ਅੱਜ ਸਾਡੀ ਇੰਨੀ ਸੰਗਤ ਹੈ ਔਰ ਇੰਨਾ ਸੰਗਤ ਦੇ ਕੋਲ ਮਹਾਰਾਜ ਦੀ ਬਖਸ਼ਿਸ਼ ਹੈ। ਅਸੀਂ 3-3 ਪਾਉਂਡ ਲੈ ਕੇ ਇੱਥੇ ਆਏ ਸੀ, ਪਰ ਅੱਜ ਕੋਈ ਵੀ 3 ਮਿਲੀਅਨ ਤੋਂ ਘੱਟ ਨਹੀਂ ਹੈ, ਪਰ 3 ਮਿਲੀਅਨ ਤੱਕ ਬਹੁਤ ਥੋੜ੍ਹੀ ਜਿਹੀ ਚੀਜ਼ ਲੱਗਦੀ ਹੈ, ਤੇ ਇਸ ਤੋਂ ਕਈ ਮਿਲੀਅਨ ਜ਼ਿਆਦਾ ਦੇ ਅਸੀਂ ਇੱਥੇ ਇਸ ਵੇਲੇ ਮਾਲਕ ਬਣੇ ਬੈਠੇ ਹਾਂ। ਤੇ ਆਓ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਮੇਜਰ ਸਿੰਘ ਜੀ ਬਾਸੀ। 10 ਨੂੰ ਕਮੋਇਆ ਕਿ ਕੁਛ ਬਿਲਡਿੰਗ ਦੀ ਜਿਹੜੀ ਹੈਗੀ ਆ ਪੁਰਾਤਨ ਹਿਸਟਰੀ ਬਾਰੇ ਦੱਸਾਂ। ਦਾਸ ਨੇ ਸੇਵਾ ਜਿਹੜੀ ਆ 1976 ਤੋਂ ਕਰਨੀ ਸ਼ੁਰੂ ਕੀਤੀ ਹੈ ਇਸ ਗੁਰਦੁਆਰੇ ਦੇ ਵਿੱਚ। 42 ਸਾਲ ਚੱਲੇ ਹੋਣੇ। ਇਹ ਗੁਰਦੁਆਰਾ ਜਿਹੜਾ ਹੈਗਾ ਪਹਿਲਾਂ ਕਿਤੇ 1758 'ਚ ਬਣਿਆ ਲੱਗਦਾ, ਉਸ ਤੋਂ ਬਾਅਦ 1908 ਦੇ ਵਿੱਚ ਇਹਨੂੰ ਚਰਚ ਦੇ ਵਿੱਚ ਤਬਦੀਲ ਕੀਤਾ ਗਿਆ। ਆਪਣੀ ਸਿੱਖ ਸੰਗਤ ਨੇ ਇਹਨੂੰ 1971 ਦੇ ਵਿੱਚ ਸ਼ੁਰੂ ਕੀਤਾ, ਮਤਲਬ ਖਰੀਦਿਆ ਹੋਵੇਗਾ 70 ਦੇ ਵਿੱਚ, ਅਪ੍ਰੈਲ 71 ਨੂੰ ਸ਼ੁਰੂ ਕੀਤਾ ਗੁਰਦੁਆਰਾ। ਸਾਧ ਸੰਗਤ ਜੀ, ਇਹ ਇਸ ਤੋਂ ਪਹਿਲਾਂ ਕਿ ਅਸੀਂ ਨਾਲ ਦੀ ਬਿਲਡਿੰਗ ਜਿਹੜੀ ਆ 98 ਤੇ ਨਾਲ ਕਾਰ ਪਾਰਕ ਖਰੀਦਿਆ, ਜਿਹੜਾ ਉਹ 5-6-7 ਸਾਲ ਬਾਅਦ 1976 'ਚ ਖਰੀਦਿਆ। ਪਹਿਲਾਂ ਅੱਜ ਇੱਥੇ ਸੈਂਟਰ 'ਚ ਜਿਹੜਾ ਹੈਗਾ ਪਾਰਟੀਸ਼ਨ ਆ, ਇਹਦੇ ਪਿੱਛੇ ਕਿਚਨ ਹੋਇਆ ਕਰਦੀ ਸੀ, ਮਤਲਬ ਲੰਗਰ ਹਾਲ ਸੀ, ਤੇ ਉਹ ਜਿੱਥੇ ਹੁਣ ਪ੍ਰਸ਼ਾਦ ਦੀ ਸੇਵਾ ਹੁੰਦੀ ਹੈ, ਪ੍ਰਸ਼ਾਦ ਤਿਆਰ ਹੁੰਦਾ ਹੈ, ਉਹ ਕਿਚਨ ਸੀ, ਤੇ ਇੱਥੇ ਲੰਗਰ ਹਾਲ ਸੀ। ਉਸ ਤੋਂ ਬਾਅਦ 1990 ਦੇ ਵਿੱਚ ਤਕਰੀਬਨ ਜਿਹੜੇ ਪਿੱਛੇ ਜਿਹੜੇ ਮੇਰੇ ਜਿਹੜੀ ਦੀਵਾਰ ਆ, ਇਹਦੇ ਨਾਲ ਕੁਈਨਜ਼ ਰੋਡ ਤੇ ਸੜਕ ਹੁੰਦੀ ਸੀ, ਪਰ ਸਹਿਜੇ ਸੜਕ ਪਰੇ ਚਲੀ ਗਈ ਤੇ ਥੋੜਾ ਜਿਹਾ ਏਰੀਆ ਜਿਹੜਾ ਗੈਪ ਆ ਬਣ ਗਿਆ, ਇਹ ਸਾਨੂੰ ਕਾਰ ਪਾਰਕ ਮਿਲ ਗਿਆ। ਤੇ ਇੱਥੋਂ ਨਾਲ ਦੀ ਜਗ੍ਹਾ ਬਣਾ ਕੇ ਕਿਚਨ, ਜਿੱਥੇ ਹੁਣ ਕਿਚਨ ਹੈ ਤੇ ਲੰਗਰ ਹਾਲ ਹੈ, ਇਹ ਬਾਅਦ ਦੇ ਵਿੱਚ ਐਡ ਕੀਤਾ ਗਿਆ। ਉਸ ਤੋਂ ਬਾਅਦ ਪਿਛਲੇ ਪਾਸੇ ਕਾਰ ਪਾਰਕ ਦੇ ਨਾਲ ਜਿਮਾਂ ਵਾਲਾ ਏਰੀਆ ਥੱਲੇ ਜਿਹੜਾ, ਤੇ ਉੱਪਰਲਾ ਹਾਲ ਨੰਬਰ 3, ਹਾਲ ਨੰਬਰ 2 ਸੱਚ ਇਸ ਤੋਂ ਪਹਿਲਾਂ ਅਸੀਂ ਉੱਪਰ ਕਮਰਿਆਂ ਨੂੰ ਢਾਹ ਕੇ ਦੇ ਉੱਪਰ ਤਿਆਰ ਕੀਤਾ ਸੀ, ਹਾਲ ਨੰਬਰ 2 ਜਿਹਨੂੰ ਕਹਿੰਦੇ ਆਪਾਂ, ਪਰ ਉਹ ਹਾਲ ਨੰਬਰ 3 ਬਾਅਦ ਦੇ ਵਿੱਚ ਬਣ ਗਿਆ। ਅਤੇ ਨਾਲ ਹੀ ਮੈਂ ਇਸ ਗੱਲ ਦੀ ਵੀ ਬੇਨਤੀ ਕਰ ਦੇਵਾਂ ਕਿ ਇੱਥੋਂ ਹੀ ਸੰਗਤ ਨੇ ਤੇ ਆਪਾਂ ਸਾਰਿਆਂ ਨੇ ਰਲ ਕੇ 7 ਕਿੰਗ ਗੁਰਦੁਆਰਾ ਵੀ ਐਸਟੈਬਲਿਸ਼ ਕੀਤਾ, ਜਿਹਦਾ 1999 ਦੇ ਵਿੱਚ ਉਦਘਾਟਨ ਕੀਤਾ ਗਿਆ। ਅੱਜ ਉਹ ਵੀ ਸਿੰਘ ਸਭਾ ਦਾ ਜਿਹੜਾ ਹੈਗਾ ਇੱਕ ਅੰਗ ਹੀ ਨਹੀਂ, ਸਪੋਰਟਿੰਗ ਆ। ਆਪਾਂ ਇਸ ਨੂੰ ਜਿਹੜਾ ਹੈਗਾ 11 ਅਕਤੂਬਰ ਪਿਛਲੇ ਸਾਲ ਇਹਦਾ ਨੀਂਹ ਪੱਥਰ ਰੱਖ ਕੇ ਤੇ ਬਿਲਡਿੰਗ ਬਣਾਉਣੀ ਸ਼ੁਰੂ ਕੀਤੀ। ਅੱਜ ਇਹ ਕਿੱਥੇ ਗਈ ਬਿਲਡਿੰਗ, ਆਪ ਸਾਰਿਆਂ ਨੂੰ ਮੈਂ ਪਹਿਲਾਂ ਦੱਸ ਚੁੱਕਾ। ਸੋ ਮੈਂ ਬੇਨਤੀ ਕਰਾਂ ਨਰਿੰਦਰ ਸਿੰਘ ਆਸੀ ਜੀ ਹੋਰਾਂ ਨੂੰ ਕਿ ਉਹ ਬਿਲਡਿੰਗ ਬਾਰੇ ਡਿਟੇਲ ਦੇ ਨਾਲ ਦੱਸਣ। ਨਰਿੰਦਰ ਸਿੰਘ ਜੀ ਆਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I'm going to say a few words about the building in English. My Punjabi is not as brilliant as some of the previous speakers, but we've been fortunate and honored to be involved in this project for the last 6 or 7 years. We obtained planning consent in 2013, and with the grace of God, the works actually commenced in October 2016. So the works finally commenced towards the end of 2016. As one of my colleagues has previously said, this was the site was previously the location of Queen's Road, and as you'd expect in situations like this,
if you have a street, underneath it are a lot of services. There's drainage, water services, electrical supplies, and so on. So it's been quite a challenging 12 or 13 months. During the excavation processes, we discovered that there were a lot of buried services which had to be disconnected and diverted. But thankfully, all of that work got concluded last year in October. Since then, we've been putting up the steel frame, which has progressed with great speed, and the expectation is that in the next couple of weeks, in fact, the main steelwork is going to be installed and ready. After that, our hope is that by Vaisakhi time we will have installed all the floors, and thereafter the roof coverings will commence. We have tried to design facilities in it which not just cater for the needs of the congregation today, but we've looked forward. We've tried to see how these will cater for the needs of people in the 21st century. So we've got a series of prayer halls, an enlarged langar area, a new kitchen, libraries, classrooms, and other multifunctional spaces. Broadcast weddings and any functions in the Gurdwara to other parts of the world, and vice versa. We'll be able to stream video streams from Harmandir Sahib so that the congregation in this community can enjoy them live. We've been very fortunate in that this Gurdwara is blessed with sevadars and committees from both parties who've been very instrumental in supporting the project. We've got a fantastic building subcommittee which comprises of not just professionals from the construction industry but lawyers and others who've always provided us guidance and support throughout this process, and I hope this continues. And I think finally all I'd like to say is I hope that you, the congregation, will continue to support this really amazing project, because I'm certain that it's going to be a landmark building in years to come, and I hope that we as a community can be justly proud of it. Vaheguru Ji Ka Khalsa, Vaheguru Ji Ki Fateh. Vaheguru Ji Ka Khalsa, Vaheguru Ji Ki Fateh. हुणे पता लगा कि संगत च आए सरदार कुलदीप सिंह होरां ने इंडिया दे विच जिहड़ा 11 लाख देण दा वादा कीता, सो तहे दिलों धन्नवाद करदे हां प्रबंध वालों। सरदार नरेंद्र सिंह जी आसी उन्हां ने तुहानूं बिल्डिंग दे स्ट्रक्चर बारे, बनाउण बारे, शुरू करन बारे, कुछ आईयां औकड़ां बारे सब कुछ दस्सिया, उन्हां दा तहे दिलों धन्नवाद। तो इस तो अगे मैं बेनती करा सरदार बलबीर सिंह जी सहमी होना कि वो फाइनैंस बारे थोड़ा चांदना पाउण। सरदार बलबीर सिंह जी सहमी। गुरु प्यारी साध संगत जी, वाहिगुरू जी का खालसा, वाहिगुरू जी की फतेह। फाइनैंस का बेरवा इस तरह 2015 ते 16 ਵਿੱਚ ਸਾਡੀ ਜਿਹੜੀ ਇਸ ਦੀ ਆਮਦਨ ਸੀਗੀ 8,86,000 ਪਾਉਂਡ ਸੀ। ਪਿਛਲੇ ਸਾਲ ਜਦ ਸੰਗਤ ਨੇ ਫੈਸਲਾ ਕੀਤਾ ਕਿ ਗੁਰਦੁਆਰਾ ਬਣਾਉਣਾ 1.4 ਮਿਲੀਅਨ ਨੀਅਰਲੀ 15,000 ਘੱਟ ਸਿਰਫ ਇਹ ਸਾਡੀ ਆਮਦਨ ਹੋ ਗਈ ਸੀ ਤੇ ਕਾਫੀ ਵੱਡੀ ਸਪਾਈਕ ਹੈ। ਤੇ ਇਸ ਸਾਲ ਸਾਨੂੰ ਪੂਰੀ ਉਮੀਦ ਹੈ ਅਸੀਂ ਇਹ ਤੋਂ ਅੱਗੇ ਵਧਣਾ ਤੇ ਹੁਣ ਤਾਈਂ ਸਾਨੂੰ ਨੀਅਰਲੀ 1.2 ਮਿਲੀਅਨ ਆ ਚੁੱਕੇ ਆ। ਅਜੇ 6 ਹਫ਼ਤੇ ਬਾਕੀ ਹੈਗੇ ਆ। ਸਾਨੂੰ ਉਮੀਦ ਹੈ ਵਿੱਚ ਗਿਫਟਡ ਪਾ ਕੇ ਸਭ ਪਾ ਕੇ ਅਸੀਂ ਇਸ ਫਿਗਰ ਤੋਂ ਅੱਗੇ ਜਾਣਾ। ਤੁਹਾਡਾ ਸਹਿਯੋਗ ਜ਼ਰੂਰ ਚਾਹੀਦਾ ਇਸ 'ਚ। ਪਿਛਲੇ ਸਾਲ ਇਸ ਬਿਲਡਿੰਗ ਦੇ ਉੱਤੇ 8,86,000 ਪਾਉਂਡ ਖਰਚ ਕੀਤਾ ਸੀ। ਇਸ ਸਾਲ ਇਸ ਵੇਲੇ 2.4 ਮਿਲੀਅਨ ਤੋਂ ਉੱਤੇ ਖਰਚ ਦਿੱਤਾ ਤੇ ਇਸ ਬਿਲਡਿੰਗ ਦੇ ਉੱਤੇ ਇਸ ਸ਼ੁਰੂ ਤੋਂ ਲੈ ਕੇ 2012 ਤੋਂ ਲੈ ਕੇ ਜਦੋਂ ਤੱਕ ਕੰਮ ਸ਼ੁਰੂ ਕੀਤਾ 3.2 ਮਿਲੀਅਨ ਦੇ ਲਾਗੇ ਛਾਗੇ ਇਸ ਵੇਲੇ ਕੋਸਟ ਪਹੁੰਚ ਗਈ ਇਹਦੀ। 7.5 ਲੱਖ ਦੀ ਕੰਸਟਰਕਸ਼ਨ ਕੋਸਟ ਹੈ। 3.5 ਮਿਲੀਅਨ ਪਾਉਂਡ ਅਸੀਂ ਪਿੰਗ ਤੋਂ ਲੋਨ ਲੈਣਾ। ਲੋਨ ਸਾਨੂੰ HSBC ਨੇ ਬਹੁਤ ਹੀ ਵਧੀਆ ਟਰਮ 'ਤੇ ਦਿੱਤਾ 1.84 ਅਬਵ ਦਾ ਬੇਸ ਰੇਟ, ਜੋ ਕਿ ਜਿਹੜੇ ਘੱਟੋ ਘੱਟ ਲਾਗਲੀ ਫਿਗਰ ਸੀਗੀ ਉਹ 2.5 ਸੀ। ਅਤੇ ਉਹਨਾਂ ਦੇ ਨਾਲ ਸਾਡੀ ਹੁਣ ਇਹ ਫੋਰਮਲ ਗੱਲ ਚੱਲ ਰਹੀ ਹੈ।
तो एक दो दिन ਵਿੱਚ ਉਹਨਾਂ ਦੀ ਆਪਣੇ ਅਨਅਫੀਸ਼ੀਅਲ ਲੈਟਰ ਤਾਂ ਆ ਗਈਆਂ ਅਫੀਸ਼ੀਅਲ ਲੈਟਰ ਉਹ ਆਪਣੇ ਵਕੀਲਾਂ ਦੇ ਨਾਲ ਕਰਕੇ ਸਾਨੂੰ ਦੇਣਗੇ ਬਿਲਡ ਕੋਈ ਵੀ ਆਪਣੇ ਬੈਂਕ ਲੋਨ ਦਿੰਦਾ ਉਹਨਾਂ ਨੂੰ ਇਹ ਰਿਸਕ ਹੁੰਦਾ ਵੀ ਸਾਡੇ ਪੈਸੇ ਵਾਪਸ ਵੀ ਆ ਜਾਣਗੇ ਇਸ ਕਰਕੇ ਹਰ ਇੱਕ ਨੇ ਥੋੜ੍ਹੀ ਬਾਲੀ ਸਿਕਿਉਰਿਟੀ ਚਾਹੀਦੀ ਹੁੰਦੀ ਹੈ ਇਸ ਆਪਣੇ ਸਾਰੇ ਪਲਾਟ ਦੀ ਆਪਾਂ ਵੈਲਿਊਏਸ਼ਨ ਕਰਾਵਾਂਗੇ ਜਿਸ ਤਰ੍ਹਾਂ ਕਿਸੇ ਵੀ ਤਰ੍ਹਾਂ ਆਪਣਾ 3.5 ਮਿਲੀਅਨ ਪਾਉਂਡ ਚਾਹੇ ਆਹ ਪਲਾਟ ਹੋਵੇ ਚਾਹੇ ਬਾਹਰਲਾ ਹੋਵੇ ਕਰ ਕਰਕੇ ਇਹ ਅਸੀਂ ਉਹਨਾਂ ਨੂੰ 3.5 ਮਿਲੀਅਨ ਦੀ ਸਿਕਿਉਰਿਟੀ ਦੇਣੀ ਹੋਰ ਆਪ ਤੁਹਾਡੇ ਸਾਧ ਸੰਗਤ ਦਾ ਸਹਿਯੋਗ ਬਹੁਤ ਹੈ ਇਸੇ ਤਰ੍ਹਾਂ ਆਪ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ ਹੁਕਮ ਹੋਇਆ ਜੀ ਕਿ ਸੈਵਨ ਕਿੰਗ ਗੁਰਦੁਆਰੇ ਬਾਰੇ ਉੱਥੇ ਦੇ ਪ੍ਰੋਜੈਕਟ ਬਾਰੇ ਮੈਂ ਬਰੀਫਲੀ ਥੋੜ੍ਹਾ ਜਿਹਾ ਦੱਸ ਦਿੰਦਾ ਜਦੋਂ ਸਾਡਾ ਇੱਥੇ ਵਾਲਾ ਪ੍ਰੋਜੈਕਟ ਸ਼ੁਰੂ ਹੋ ਗਿਆ ਤੇ ਥੋੜ੍ਹੀ ਜਿਹੀ ਪਰਸੈਪਸ਼ਨ ਕ੍ਰੀਏਟ ਹੋ ਗਈ ਸੀ ਕਿ ਖਰੇ ਦੋਨਾਂ ਗੁਰੂ ਘਰਾਂ ਦਾ ਪੈਸਾ ਜਿਹੜਾ ਇੱਥੇ ਵਰਤ ਹੋਈ ਜਾਣਾ ਕਿਸੇ ਨੇ ਉੱਧਰਲੇ ਗੁਰੂ ਘਰ ਦੀ ਬਾਤ ਨਹੀਂ ਪੁੱਛਣੀ ਜਿਹੜੀ ਗੱਲ ਬਿਲਕੁਲ ਸੱਚੀ ਨਹੀਂ ਸੀ ਥੋੜ੍ਹੀ ਡਿਲੇ ਹੋਈ ਸੀ ਉੱਥੇ ਦੀ ਪਹਿਲਾਂ ਪਲਾਨਾਂ 3-4 ਬਣੀਆਂ ਜਿਹੜੀਆਂ 4-5 ਸਾਲ ਤੋਂ ਚੱਲਦੀਆਂ ਆ ਰਹੀਆਂ ਸੀ ਤੇ ਪਲਾਨ ਬਿਲਕੁਲ ਆਊਟਲਾਈਨ ਸੀ ਤੇ ਇਸ ਕਮੇਟੀ ਨੇ ਫਿਰ ਉਹ ਪਲਾਨ ਦੁਬਾਰਾ ਪਾ ਕੇ ਉਹਦੇ ਵਿੱਚ ਜਿੰਨਾ ਮੋੜੇ ਚੌੜਾ ਹਾਲ ਆ ਇੰਨਾ ਸਕੁਅਰ ਪਿਛਲੇ ਐਂਡ ਤੱਕ ਲਿਜਾ ਕੇ ਉਹਦੇ ਵਿੱਚ ਲੇਡੀਜ਼ ਜੈਂਟ ਦੀਆਂ ਟਾਇਲਟ ਲਿਫਟ ਤੇ ਪੌੜੀਆਂ ਲਗਾਈਆਂ ਤੇ ਇੱਦਾਂ ਹੀ ਉੱਤੇ ਆ ਹੁਣ ਉਹ ਪ੍ਰੋਜੈਕਟ ਚੱਲ ਰਿਹਾ ਜਿਹੜਾ ਉਮੀਦ ਆ ਕਿ ਸਾਲ ਦੇ ਐਂਡ ਤੱਕ ਉਹ ਕੰਪਲੀਟ ਹੋ ਜਾਊਗਾ ਉਹਦੇ ਤੋਂ ਨੈਕਸਟ ਫਿਰ ਜਿਹੜੀ ਸੈਕੰਡ ਫਲੋਰ ਆ ਉਹਦੀ ਪਲਾਨ 1-2 ਵੀਕਾਂ ਦੇ ਵਿੱਚ ਸਬਮਿਟ ਹੋ ਜਾਊ ਤੇ ਉਹ ਸਾਰਾ ਹੀ ਜੋ ਗੁਰੂ ਘਰ ਦਾ ਫਰੰਟ ਹੈ ਉਹ ਸਾਰਾ ਇੱਕ ਲੈਵਲ ਹੋ ਜਾਊਗਾ ਗੁਰੂ ਘਰ ਵੀ ਤੇ ਉਹਦੇ ਨੈਕਸਟ ਬਿਲਡਿੰਗ ਵੀ ਸਾਰਾ ਫਰੰਟ ਇੱਕ ਲੈਵਲ ਹੋ ਜਾਊਗਾ ਜਦੋਂ ਇਹ ਕੰਪਲੀਟ ਹੋ ਗਿਆ ਲਗਭਗ 1.2 to 1.3 ਮਿਲੀਅਨ ਪਾਉਂਡ ਉੱਤੇ ਲੱਗਣਗੇ ਤੇ ਇਹ ਨੈਕਸਟ ਵਿਸਾਖੀ ਤੱਕ ਇਹ ਕੰਮ ਪੂਰਾ ਹੋ ਜਾਣਾ ਚਾਹੀਦਾ ਜਦੋਂ ਇਹ ਪੂਰਾ ਹੋ ਗਿਆ ਤਾਂ ਉਹ ਤੋਂ ਨੈਕਸਟ ਪ੍ਰੋਜੈਕਟ ਜੋ ਕਮੇਟੀ ਨੇ ਮਨ ਬਣਾਇਆ ਹੈ ਕਿ ਪੂਰੇ ਗੁਰੂ ਘਰ ਦੇ ਫਰੰਟ ਦੇ ਉੱਤੇ ਮਾਰਬਲ ਲਗਾਇਆ ਜਾਊਗਾ ਤੇ ਜੋ ਆਪਣਾ ਮੇਨ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਗੁਰੂ ਘਰ ਆ ਉਹਦੇ ਉੱਤੇ ਗੁੰਮਟ ਵੀ ਬਣਾਇਆ ਜਾਊਗਾ ਤਾਂ ਕਿ ਦੂਰੋਂ ਪਤਾ ਲੱਗੇ ਇਸ ਵੇਲੇ ਨਿਸ਼ਾਨ ਸਾਹਿਬ ਤੋਂ ਬਿਨਾਂ ਬਿਲਡਿੰਗ ਦਾ ਸਟਰਕਚਰ ਐਸਾ ਹੈ ਜਿਹੜਾ ਗੁਰੂ ਘਰ ਦੀ ਬਿਲਡਿੰਗ ਵਰਗਾ ਨਹੀਂ ਇਸ ਕਰਕੇ ਮੂਹਰੇ ਪੱਥਰ ਲਗਾ ਕੇ ਤੇ ਉੱਤੇ ਗੁੰਮਟ ਵੀ ਬਣਾ ਦਿੱਤਾ ਜਾਊਗਾ ਤੇ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਸਾਰੇ ਸਤਿਕਾਰਯੋਗ ਵੀਰਾਂ ਦਾ ਉਹਨਾਂ ਦੇ ਸਹਿਯੋਗ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਬਾਅਦ ਤੇ ਇਸ ਗੁਰੂ ਘਰ ਦੀ ਕਮੇਟੀ ਦਾ ਜਿਨ੍ਹਾਂ ਨੇ ਸਬ ਕਮੇਟੀ ਬਣਾਈ ਆ ਜਿਹੜੇ ਨੌਨ ਕਮੇਟੀ ਮੈਂਬਰ ਆ ਉਹਨਾਂ ਦੇ ਵਿੱਚ ਦਾ ਬੂਟਾ ਸਿੰਘ ਰਾਜਵਿੰਦਰ ਸਿੰਘ ਰਾਜਾ ਤਰਸੇਮ ਸਿੰਘ ਬੈਂਸ ਇੰਦਰ ਸਿੰਘ ਜੰਮੂ ਜੀ ਮਨਦੀਪ ਸਿੰਘ ਜੀ ਉਹ ਜੋ ਵੀ ਕੰਮ ਕਰਦੇ ਆ ਸਾਡੇ ਗਿੱਲ ਸਾਹਿਬ ਉਹ ਜੋ ਵੀ ਕੰਮ ਕਰਦੇ ਕਮੇਟੀ ਕਦੇ ਵੀ ਵਿੱਚ ਬਹਿੰਦੀ ਆ ਕਿ ਕਦੇ ਕਿੰਤੂ ਪਰੰਤੂ ਅੱਜ ਤੱਕ ਨਹੀਂ ਹੋਇਆ ਉਸ ਤੋਂ ਵੀ ਵਧੀਆ ਗੱਲ ਇਹ ਆ ਕਿ ਗੁਰੂ ਘਰ ਨੂੰ ਜੋ ਆਰਕੀਟੈਕਟ ਮਿਲੇ ਆ ਨਿਰਮਲ ਸਿੰਘ ਜੀ ਆਸੀ ਉਹ ਬੜੀ ਮਹਾਰਾਜ ਦੀ ਕਿਰਪਾ ਹੋਈ ਆ ਪਰ ਉਹਨਾਂ ਦੀ ਇੱਕ ਬੜੀ ਚੰਗੀ ਗੱਲ ਸੀ ਕਿ ਉਹ ਕਹਿੰਦੇ ਜੇ ਇਹ ਬਿਲਡਿੰਗ ਤੁਸੀਂ ਆਮ ਇੱਕ ਬਕਸਾ ਜਿਹਾ ਬਣਾਉਣਾ ਤਾਂ ਫੇਰ ਮੈਂ ਨਹੀਂ ਕੰਮ ਕਰ ਸਕਦਾ ਜੇ ਤੁਸੀਂ ਬਿਲਡਿੰਗ ਵਧੀਆ ਬਣਾਉਣੀ ਆ ਜਿਹੜੀ ਸਾਰੀ ਦੁਨੀਆ ਨੂੰ ਪਤਾ ਲੱਗੇ ਕਿ ਵਾਰਕਿੰਗ ਗੁਰੂ ਘਰ ਹੈ ਤਾਂ ਫਿਰ ਮੈਂ ਕੰਮ ਕਰਨ ਲਈ ਤਿਆਰ ਹਾਂ ਤੇ ਉਹਨਾਂ ਦਾ ਸਹਿਯੋਗ ਉਹਨਾਂ ਦੀ ਮਿਹਨਤ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਕਮੇਟੀ ਦਾ ਤੇ ਸਾਰੇ ਵੀਰਾਂ ਦਾ ਧੰਨਵਾਦ ਮੇਨ ਗੱਲ ਇਹ ਆ ਕਿ ਕਿਸੇ ਪਾਸਿਓਂ ਵੀ ਕੋਈ ਵੀ ਅੱਜ ਕੱਲ੍ਹ ਬੜਾ WhatsApp ਦਾ ਜ਼ਮਾਨਾ ਆ ਗਿਆ Facebook ਦਾ ਜ਼ਮਾਨਾ ਆ ਗਿਆ ਕੋਈ ਵੀ ਜੋ ਮਰਜ਼ੀ ਪੋਸਟਾਂ ਪਾ ਦਿੰਦਾ 99 ਟਾਈਮ ਸਾਰੀਆਂ ਝੂਠੀਆਂ ਨਾ ਗੁਰੂ ਘਰ ਨੂੰ ਪੈਸੇ ਦੀ ਕਮੀ ਆ ਜੀ ਤੇ ਨਾ ਕਦੇ ਕੋਈ ਪ੍ਰੋਜੈਕਟ ਸਟਾਪ ਹੋਇਆ ਸਾਰਾ ਪ੍ਰੋਜੈਕਟ ਔਨ ਟਾਈਮ ਬਿਲਕੁਲ ਫੰਡਿੰਗ ਦੇ ਵਿਦਿਨ ਰੀਮਿਟ ਹੈ ਤੇ ਇਦਾਂ ਦੀ ਗੱਲ ਜੇ ਕਦੇ ਵੀ ਕਿਤੇ ਤੁਸੀਂ ਸੁਣਦੇ ਹੋ ਜਾਂ ਪੜ੍ਹਦੇ ਹੋ ਜ਼ਰੂਰ ਗੁਰੂ ਘਰ ਦੀ ਕਮੇਟੀ ਨਾਲ ਆ ਕੇ ਰਾਬਤਾ ਕਰੋ ਤਾਂ ਕਿ ਤੁਹਾਨੂੰ ਸੱਚੀ ਖਬਰ ਮਿਲਦੀ ਰਹੇ
ਇੰਨਾ ਕਹਿੰਦਾ ਹੋਇਆ ਜੇ ਕੋਈ ਗੱਲ ਵੱਧ ਘੱਟ ਕਹੀ ਹੋਵੇ ਮੈਂ ਮਾਫੀ ਮੰਗਦਾ ਤੇ ਸਮੇਂ-ਸਮੇਂ ਸਿਰ ਸੰਗਤ ਨੂੰ ਜ਼ਰੂਰ ਜਾਣਕਾਰੀ ਦਿੱਤੀ ਜਾਂਦੀ ਰਹੇਗੀ। ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ। ਹਰਦਿਆਲ ਸਿੰਘ ਜੀ ਰਾਏ ਕੌਂਸਲਰ ਆਏ ਉਹਨਾਂ ਨੂੰ ਕਿ ਉਹ ਵੀ 2 ਮਿੰਟ ਸਟੇਜ ਤੇ ਆਉਣ ਤੇ ਨਾਲ ਹੀ ਧੰਨਵਾਦ ਕਰਦੇ ਹਾਂ MS ਭੰਬਰਾ ਜੀ ਦਾ ਜਿਨ੍ਹਾਂ ਨੇ 500 ਪਾਉਂਡ ਦਿੱਤਾ, ਰਾਜਵੀਰ ਸਿੰਘ ਜੀ ਵਿਰਕਨ ਉਹਨਾਂ ਨੇ 500 ਪਾਉਂਡ ਦਿੱਤਾ ਤੇ ਗੁਪਤ ਫੈਮਿਲੀ ਨੇ 1300 ਪਾਉਂਡ ਜਿਹੜਾ ਦਿੱਤਾ ਬਿਲਡਿੰਗ ਫੰਡ ਵਾਸਤੇ। ਸਭਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਫਿਰ ਇੱਕ ਵਾਰੀ ਧੰਨਵਾਦ ਕਰਦੇ ਹਾਂ ਕੌਂਸਲਰ ਜਸਵੀਰ ਸਿੰਘ ਜੀ ਅਟਵਾਲ ਹੋਣਾ ਦਾ ਜਿਨ੍ਹਾਂ ਨੇ ਅੱਜ 5000 ਤੇ 100 ਪਾਉਂਡ ਬਿਲਡਿੰਗ ਫੰਡ ਵਾਸਤੇ ਦਿੱਤਾ। ਬਹੁਤ ਬਹੁਤ ਧੰਨਵਾਦ। ਤੇ ਹੁਣ ਕੌਂਸਲਰ ਹਰਦਿਆਲ ਸਿੰਘ ਜੀ ਰਾਏ ਕੁਝ ਮਿੰਟਾਂ ਵਾਸਤੇ ਜਿਹੜੇ ਹੈਗੇ ਆ ਉਹ ਸਟੇਜ ਤੇ ਆਉਣਗੇ। ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸੰਸਾਰ ਸਿੰਘ ਜੀ ਨਰਵਾਲ ਤਿਆਰ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦਾ ਜਵਾਬ ਫਤਿਹ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਬਾਟੇ ਗੁਰਦੁਆਰਾ ਹੈ ਕਈ ਵਾਰੀ ਬਾਦ ਵਿਵਾਦ ਸ਼ੁਰੂ ਹੋ ਜਾਂਦਾ ਹੈ ਜੀ ਕਿੱਥੇ ਸੰਗਤ ਬਹੁਤੀ ਰਹੇ ਨਹੀਂ, ਲੋਕੀ ਬਾਹਰ ਨੂੰ ਚਲੇ ਗਏ ਹਨ ਜਾਂ ਬੰਦੇ ਘਟ ਗਏ ਹਨ। ਪਰ ਇਹ ਮੇਨ ਪੁਆਇੰਟ ਜਿਹੜਾ ਇਸ ਗੁਰਦੁਆਰੇ ਦਾ ਹੈ, ਇਹ ਜਿਹੜੀ ਯੂਨੀਕ ਲੋਕੇਸ਼ਨ ਹੈ, ਮੈਂ ਪੂਰੇ ਵਾਅਦੇ ਨਾਲ ਕਹਿਣਾ ਹੈ ਤੁਸੀਂ ਭਾਵੇਂ ਸਕਾਟਲੈਂਡ ਤੋਂ ਆ ਜਾਓ ਤੁਹਾਨੂੰ ਸਿਰਫ 2 ਟ੍ਰੈਫਿਕ ਲਾਈਟਾਂ ਮਿਲਣਗੀਆਂ ਬਾਰਕਿੰਗ ਗੁਰਦੁਆਰੇ ਨੂੰ। ਗ੍ਰੇਸ ਤੋਂ ਆ ਜਾਓ, ਈਸਟ ਲੰਡਨ ਤੋਂ ਆ ਜਾਓ, ਨਾਰਥ ਵਿਲ ਤੋਂ ਆ ਜਾਓ, ਲਾਊਟਨ ਤੋਂ ਆ ਜਾਓ, ਚਿਕਵਲ ਤੋਂ ਆ ਜਾਓ, ਜਿੱਧਰ ਵੀ ਆ ਜਾਓ ਤੁਸੀਂ 10-15 ਮਿੰਟ ਦੇ ਵਿੱਚ ਇਸ ਗੁਰਦੁਆਰੇ ਆ ਸਕਦੇ ਹੋ। ਕੋਈ ਵੀ ਸੰਸਥਾ ਕੋਈ ਵੀ ਗੁਰਦੁਆਰਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਉਹ ਪੂਰੀ ਕਾਮਯਾਬ ਨਹੀਂ ਹੋ ਸਕਦੀ ਜਦੋਂ ਤਾਈਂ ਉਹਦੇ ਵਿੱਚ ਪਾਰਕਿੰਗ ਦੀ ਫੈਸਿਲਿਟੀ ਨਹੀਂ ਹੁੰਦੀ ਹੈਗੀ। ਬੜੇ ਭਾਗਾਂ ਵਾਲੇ ਹਾਂ ਤੁਹਾਡੇ ਸਾਰੇ ਸਹਿਯੋਗ ਨਾਲ ਇਸ ਗੁਰਦੁਆਰੇ ਦੇ ਵਿੱਚ ਹੋਰ ਥੋੜ੍ਹੇ ਚਿਰ ਤਾਈਂ 100 ਕਾਰ ਪਾਰਕ ਦੀ ਫੈਸਿਲਿਟੀ ਹੋ ਜਾਏਗੀ। ਤੇ ਜੋ ਲੋਕੀ ਆਸ ਰੱਖਦੇ ਆ ਗਰੇਵਜ਼ੈਂਡ ਜਾਂਦੇ ਹਨ ਕਿਉਂਕਿ ਇੱਥੇ ਫੈਸਿਲਿਟੀ ਨਹੀਂ ਆ, ਉਹ ਵੀ ਇੱਥੇ ਆਣ ਕੇ ਆਪਣਾ ਜਿਹੜਾ ਪ੍ਰੋਗਰਾਮ ਹੈ ਵਿਆਹਾਂ ਸ਼ਾਦੀਆਂ ਦਾ ਸਾਰਾ ਸ਼ੁਰੂ ਕਰਨਗੇ। ਇਸ ਕਰਕੇ ਤੁਸੀਂ ਸਾਰੀ ਸੰਗਤ ਇਹਦੇ ਵਧਾਈ ਹੋ। ਬਾਕੀ ਜੋ ਸੰਗਤ ਨੇ ਡੋਨੇਸ਼ਨ ਕੀਤੀ ਹੈ ਗਾਹਾਂ ਕਰਦੀ ਵੀ ਰਹੇਗੀ। ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਜਦੋਂ ਤੱਕ ਕੰਪਲੀਟ ਨਹੀਂ ਹੁੰਦੀ ਉਦੋਂ ਤਾਈਂ ਡੋਨੇਸ਼ਨ ਦਿੰਦੇ ਰਹੋ। ਤੁਹਾਡਾ ਜੋ ਕੋਈ ਨਹੀਂ ਜਾਣਦਾ ਤੇ ਪ੍ਰਮਾਤਮਾ ਜਾਣਦਾ ਹੈ। ਇਹ ਸਹੀ ਕੰਮ ਲਈ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਤੇ ਇਹਨਾਂ ਹੀ ਸ਼ਬਦਾਂ ਵਿੱਚ ਮੈਂ ਜਿਨ੍ਹਾਂ ਨੇ ਵੀ ਡੋਨੇਸ਼ਨ ਕੀਤੀ ਆ ਉਹਨਾਂ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਕੋਈ ਲਫ਼ਜ਼ ਗਲਤੀ ਵਿੱਚ ਕਹਿ ਹੋ ਗਿਆ ਤਾਂ ਮਾਫੀ ਚਾਹੁੰਦਾ ਹਾਂ। ਅਖੀਰ ਲਫ਼ਜ਼ਾਂ ਵਿੱਚ ਫਤਿਹ ਦਾ ਜਵਾਬ ਫਤਿਹ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਸਾਧ ਸੰਗਤ ਜੀ, I'm really thankful to each and everyone who has contributed towards the building fund. So the pledges were 997,000, collected amount was 843,000, and to collect or remaining still to collect is 153,000. So far we spent at the Barking Gurdwara project is 3.15 million, 3.15, and at Seven Kings 141,000 pounds, 141,000 pounds. The completion, what we expect, will be before Guru Nanak Dev Ji's 550th Avatar Dihada, which is coming in October or November 19. So the completion will be definitely before that. And we all, the Sangat members, we will be celebrating Guru Nanak Dev Ji's 550th Avatar Divas in the new purpose-built building. So, thank you very much. ਤੇ ਹੁਣ ਮੈਂ ਬੇਨਤੀ ਕਰਾਂਗਾ ਕਿ ਲਾਸਟ ਸਾਡੇ ਸਾਰੇ ਪ੍ਰੋਗਰਾਮ ਨੂੰ ਵਾਈਂਡ ਕਰਨ ਲਈ ਸਾਡੇ ਵਾਈਸ ਪ੍ਰੈਜ਼ੀਡੈਂਟ ਲੰਬਰ ਸਿੰਘ ਜੀ ਲੈਲ। ਗੁਰੂ ਚਰਨਾਂ ਵਿੱਚ ਬੈਠੀ ਗੁਰੂ ਰੂਪ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਤੱਕ ਜਿੰਨੇ ਵੀ ਬੁਲਾਰੇ ਬੋਲ ਕੇ ਗਏ ਹਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਆਪਣੇ ਆਪਣੇ ਹਿਸਾਬ ਦੇ ਨਾਲ ਸਭਨਾਂ ਨੇ ਯੋਗਦਾਨ ਪਾਇਆ। ਸਿੱਖ ਚੈਨਲ ਜੋ ਸਵੇਰ ਤੋਂ ਆਏ ਹਨ ਉਹ ਸਾਡੀ ਬੇਨਤੀ ਪ੍ਰਵਾਨ ਕਰਕੇ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ, ਕਿਉਂਕਿ ਜੋ ਪ੍ਰੋਜੈਕਟ ਵੱਡਾ ਚੱਲ ਰਿਹਾ ਹੈ ਇਸ ਦੀ ਲੋੜ ਸੀ ਕਿ ਉਹ ਸੰਗਤਾਂ ਦੇ ਤਾਈਂ ਜਾਵੇ ਤਾਂ ਕਿ ਸੰਗਤਾਂ ਨੂੰ ਪਤਾ ਲੱਗੇ ਵੀ ਇੱਥੇ ਹੁਣ ਚੀਜ਼ ਇਹ ਬਣ ਰਹੀ ਹੈ। ਤੇ ਮੈਂ ਇਹੀ ਸਿੱਖ ਜਗਤ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਅੱਜ ਕੁਦਰਤੀ ਇਹਨਾਂ ਦੇ ਮਾਧਿਅਮ ਦੇ ਰਾਹੀਂ
ਸਿੱਖ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਆ ਜਾਣਾ ਚਾਹੀਦਾ ਹੈ, ਜਿਵੇਂ ਅਕਾਲ ਤਖਤ ਦੇ ਛਤਰ ਛਾਇਆ ਦੇ ਹੋ ਕੇ ਇਕੱਠੇ ਹਰੇਕ ਕੰਮ ਕਰਨੇ ਚਾਹੀਦੇ ਹਨ ਤੇ ਸਾਨੂੰ ਹਰ ਪਾਸੇ ਕਾਮਯਾਬੀ ਮਿਲੂਗੀ। ਇਹ ਬੇਨਤੀ ਸਭ ਸਿੱਖ ਜਗਤ ਨੂੰ ਹੈ, ਦਾਸ ਦੀ ਆਪਣੇ ਵੱਲੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ। ਮੈਂ ਬਹੁਤਾ ਲੰਮਾ ਟਾਈਮ ਨਹੀਂ ਲੈਂਦਾ ਹੋਇਆ ਕਿਉਂਕਿ ਸੰਗਤਾਂ ਹੁਣ ਵੇਟ ਵੀ ਕਰ ਰਹੀਆਂ, ਬੁਲਾਰੇ ਬਹੁਤ ਬੋਲ ਰਹੇ ਹਨ, ਸਭ ਕੁਝ ਦੱਸ ਦਿੱਤਾ ਗਿਆ ਹੈ। ਤੇ ਅੰਤ ਦੇ ਵਿੱਚ ਮੈਂ ਫਤਿਹ ਬੁਲਾਉਂਦਾ ਹਾਂ ਤੇ ਇੱਕ ਵਾਰੀ ਫਿਰ ਬੂਟਾ ਸਿੰਘ ਪਰਿਵਾਰ ਦਾ ਧੰਨਵਾਦ ਕਰਦਾ ਹੋਇਆ ਤੇ ਉਹਨਾਂ ਨੂੰ ਫਿਰ ਵਾਹਿਗੁਰੂ ਦੀ ਅਰਦਾਸ ਕਰਦਾ ਹਾਂ, ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਇਸੇ ਤਰ੍ਹਾਂ ਸੇਵਾ ਕਰਦੇ ਰਹਿਣ। ਅੰਤ ਵਿੱਚ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਲੰਬੜ ਸਿੰਘ ਜੀ ਲਹਿਲ। ਮੈਂ ਇਸ ਤੋਂ ਪਹਿਲਾਂ ਕਿ ਰਜਿੰਦਰ ਸਿੰਘ ਧਾਰੀਵਾਲ ਹੋਣੀ ਸਾਡੇ ਕਮੇਟੀ ਮੈਂਬਰ, ਉਹ ਕੁਝ ਕਹਿਣਾ ਚਾਹੁੰਦੇ ਨੇ। ਰਜਿੰਦਰ ਸਿੰਘ ਧਾਰੀਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਸਾਰੇ ਅੱਜ ਇਕੱਠੇ ਹੋਏ ਆ। ਅਜਦਾ ਦਸਾਈ ਸੰਗਤ ਵੱਧ ਤੋਂ ਵੱਧ ਭਾਗ ਪਾਓ, ਆਪਣੇ ਗੁਰੂ ਘਰ ਆਓ ਤੇ ਜਿੰਨਾ ਵੀ ਹੋ ਸਕੇ ਸੇਵਾ ਵਿੱਚ, ਮਾਇਆ 'ਚ ਇਕੱਲੀ ਨਹੀਂ, ਹੋਰ ਕੋਈ ਸੇਵਾ ਹੋਵੇ ਪਲੀਜ਼ ਜ਼ਰੂਰ ਮੋਰੇ ਆਓ, ਸਾਡੇ ਨਾਲ ਲੱਗੋ। ਜੇ ਕੋਈ ਗਲਤੀ ਹੋਈ ਕਿਸੇ ਨਿਸ਼ਾਨ ਬਾਰੇ ਕੋਈ ਗੱਲਬਾਤ ਕੀਤੇ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਪਹੁੰਚੇ ਹੈਗੇ ਹਾਂ ਸਿੰਘ ਸਭਾ ਗੁਰਦੁਆਰਾ ਲੰਡਨ ਈਸਟ 7 ਕਿੰਗਸ। ਪਹਿਲਾਂ ਅਸੀਂ ਹੈਗੇ ਸੀ ਬਾਕਿੰਗ, ਹੁਣ 7 ਕਿੰਗਸ ਪਹੁੰਚੇ ਆ। ਤੇ ਦੇਖੋ ਕਿੰਨੀ ਸੋਹਣੀ ਗੱਲ ਆ ਕਿ ਇੱਥੇ ਦੋਨਾਂ ਗੁਰਦੁਆਰਾ ਸਾਹਿਬ ਦਾ ਕਮੇਟੀ ਇੱਕ ਆ ਤੇ ਦੋਨੋਂ ਪਾਸੇ ਬਹੁਤ ਸੋਹਣਾ ਪ੍ਰਬੰਧ ਕੀਤਾ ਜਾ ਰਿਹਾ ਵਾ ਤੇ ਦੇਖਭਾਲ ਹੋ ਰਹੀ ਆ ਕਮਿਊਨਿਟੀ ਦੀ। ਉਹਦੇ ਨਾਲ ਨਾਲ ਜਿੱਦਾਂ ਦੀ ਕਮਿਊਨਿਟੀ ਦੀ ਲੋੜਾਂ ਆ ਰਹੀਆਂ ਵਾ ਉਸ ਦੇ ਢੰਗ ਦੇ ਨਾਲ ਉਹ ਇੱਥੇ ਦੀ ਬਿਲਡਿੰਗ ਪ੍ਰੋਪਰਟੀ ਕਰ ਰਹੇ ਹੈਗੇ ਆ। ਸੋ ਬੇਨਤੀ ਹੈਗੀ ਸਾਧ ਸੰਗਤ ਜੀ, ਅਸੀਂ ਉਹਨਾਂ ਨਾਲ ਗੱਲ ਕਰਦੇ ਹੈਗੇ ਆ, ਇੱਥੇ ਦੱਸਦੇ ਹੈਗੇ ਕਿ ਇੱਥੇ ਹੁਣ ਕੀ ਇੱਥੇ ਬਣ ਲੱਗਾ ਵਾ ਤੇ ਇੱਥੇ ਕਮਿਊਨਿਟੀ ਨੂੰ ਕਿੱਦਾਂ ਫਾਇਦਾ ਹੋਊਗਾ। ਹਾਂਜੀ ਸਾਧ ਸੰਗਤ ਜੀ, ਹੁਣ ਸਾਡੇ ਨਾਲ ਹੈਗੇ ਨੇ ਸਤਨਾਮ ਸਿੰਘ ਜੀ ਸੰਧੂ, ਉਹਨਾਂ ਨਾਲ ਗੱਲ ਕਰਦੇ ਅੰਕਲ ਜੀ ਨਾਲ ਕਿ ਇੱਥੇ ਦੇ ਦੱਸਣਗੇ ਕਿ ਇੱਥੇ ਕੀ ਪ੍ਰਬੰਧ ਹੋ ਲੱਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੰਕਲ ਜੀ ਸੰਗਤਾਂ ਨੂੰ ਦੱਸੋ। ਸਭ ਤੋਂ ਪਹਿਲਾਂ ਤਾਂ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ ਜੋ ਆਪਣਾ ਸਮਾਂ ਕੱਢ ਕੇ ਗੁਰੂ ਘਰ ਆਏ। ਇਹ ਸਾਡਾ ਹੈਗਾ ਜੀ ਸਿੰਘ ਸਭਾ ਲੰਡਨ ਈਸਟ ਦਾ 7 ਕਿੰਗ ਗੁਰੂ ਘਰ ਸਾਹਿਬ। ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਬਿਲਡਿੰਗ ਸੀ ਪਹਿਲਾਂ, ਉਹ ਢਾਹ ਦਿੱਤੀ ਗਈ। ਜਦੋਂ ਸਾਡੇ ਵਿਆਹ ਵਗੈਰਾ ਹੁੰਦੇ ਸੀ ਇੱਥੇ ਤੇ ਨਿੱਕੇ ਨਿੱਕੇ ਕਮਰੇ ਸੀ, ਇੱਥੇ ਬਹੁਤ ਬੇਅਦਬੀ ਹੁੰਦੀ ਸੀ, ਨਾ ਤਾਂ ਚਾਹ ਪਾਣੀ ਪੀਆ ਜਾ ਸਕਦਾ, ਮੀਂਹ ਹੁੰਦਾ ਸੀ ਤੇ ਬਹੁਤ ਬੁਰੀ ਹਾਲਤ ਹੁੰਦੀ ਸੀ। ਹੁਣ ਅਸੀਂ ਉਹ ਢਾਹ ਦਿੱਤੀ ਆ ਸਾਰੀ, ਤਾਂ ਇਹ ਸਾਰਾ ਇੱਕ ਹਾਲ ਥੱਲੇ ਬਣੂਗਾ। ਉਹਦੇ ਉੱਤੇ ਉਸ ਹਾਲ ਦੇ ਵਿੱਚ ਟਾਇਲਟ, ਪੌੜੀਆਂ ਉੱਤੇ ਜਾਣ ਲਈ ਤੇ ਲਿਫਟ ਲੱਗੂਗੀ। ਉੱਡਾ ਹੀ ਉੱਤੇ ਬਣੂਗਾ, ਉਹਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਤੇ ਇੱਕ ਛੋਟਾ ਹਾਲ ਉੱਥੇ ਵੀ ਬਣੂਗਾ ਤੇ ਇਧਰੋਂ ਐਕਸੈਸ ਮੇਨ ਗੁਰੂ ਘਰ ਦੇ ਵਿੱਚ ਵੀ ਹੋਵੇਗੀ। ਤੇ ਇਹ ਜੋ ਕੰਮ ਇਸ ਵੇਲੇ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਤੇ ਇਹ ਉਮੀਦ ਆ ਇਹ ਕੰਮ ਸਾਡਾ ਕ੍ਰਿਸਮਸ ਤੋਂ ਪਹਿਲਾਂ ਪੂਰਾ ਹੋ ਜਾਣਾ। ਫਿਰ ਹੁਣ ਅਸੀਂ ਜਿਹੜੀ 3rd ਮੰਜ਼ਿਲ ਪਾਉਣੀ ਆ ਉਹਦੀ ਪਲਾਨ 2-3 ਵੀਕਾਂ ਦੇ ਵਿੱਚ ਕੌਂਸਲ ਨੂੰ ਸਬਮਿਟ ਕਰ ਦੇਣੀ ਆ। ਤੇ ਸਾਡੀ ਪਲਾਨ ਇੱਥੋਂ ਦੀ ਇਹ ਆ ਕਿ ਇਹ ਸਾਰਾ ਹੀ ਗੁਰੂ ਘਰ ਦਾ ਜਿਹੜਾ ਫਰੰਟ ਆ ਇੱਕ ਲੈਵਲ ਬਣ ਜਾਏਗਾ, ਇੱਕ ਲੈਵਲ ਬਣ ਕੇ ਸੋਹਣਾ ਲੱਗੂਗਾ, ਬਹੁਤ ਵਧੀਆ ਬਣ ਜਾਊਗਾ। ਤੇ ਜਦੋਂ ਇਹ ਸਾਰਾ ਪ੍ਰੋਜੈਕਟ ਕੰਪਲੀਟ ਹੋ ਗਿਆ ਫਿਰ ਇਸ ਮਾਨਯੋਗ ਪ੍ਰਧਾਨ ਜੀ ਤੇ ਕਮੇਟੀ ਦੀ ਸਲਾਹ ਆ ਕਿ ਸਾਰੇ ਫਰੰਟ ਦੇ ਉੱਤੇ ਮਾਰਬਲ ਲਗਾ ਕੇ ਪੱਥਰ ਲਗਾਇਆ ਜਾਊਗਾ, ਬਹੁਤ ਵਧੀਆ। ਤੇ ਜੋ ਮੇਨ ਗੁਰੂ ਘਰ ਸਾਹਿਬ ਦੀ ਬਿਲਡਿੰਗ ਆ ਉਹਦੇ ਉੱਤੇ ਗਵਰਨਮੈਂਟ ਬਣਾ ਕੇ ਨਿਸ਼ਾਨ ਸਾਹਿਬ ਲਾਏ ਜਾਣਗੇ। ਉਹਦੇ ਨਾਲ ਤੁਰੇ ਜਾਂਦੇ ਬੰਦੇ ਨੂੰ ਦੂਰੋਂ ਹੀ ਪਤਾ ਲੱਗ ਜਾਊਗਾ ਕਿ ਗਵਰਨਮੈਂਟ ਲੱਗਾ ਆ ਤਾਂ ਇਹ ਗੁਰੂ ਘਰ ਆ। ਤੋ ਇਹਦੇ ਲਈ ਸਾਰੀ ਕਮੇਟੀ ਹੀ ਲੋਕਾਂ ਤੋਂ ਹੀ ਨਹੀਂ ਮੰਗਦੀ, ਖੁਦ ਵੀ ਸਭ ਤੋਂ ਮੋਹਰੇ ਹੋ ਕੇ, ਜਿਵੇਂ ਤੁਸੀਂ ਬਾਰਕਿੰਗ ਅੱਜ ਦੇਖਿਆ, ਆਪਣੀ ਜੇਬ ਚੋਂ ਤਨੋਂ ਮਨੋਂ ਧਨੋਂ ਜਿਹਨੂੰ ਸੇਵਾ ਕਰਦੇ ਆ, ਸਾਰੇ ਕਰਦੇ ਆ। ਤੇ ਇਹਨਾਂ ਸਾਰਿਆਂ ਦੀ ਕੋਆਪਰੇਸ਼ਨ ਇੰਨੀ ਜ਼ਿਆਦਾ ਹੈ ਕਿ ਹਰ ਇੱਕ ਬੰਦਾ ਗਾਂ ਨੂੰ ਲਿਜਾਂਦਾ, ਕੋਈ ਕਿੰਤੂ ਪਰੰਤੂ ਕਿਸੇ ਤੇ ਨਹੀਂ ਕਰਦਾ। ਇਹਨਾਂ ਦੀ ਇਹ ਵੀ ਸਿਫਤ ਆ ਕਿ ਇਹਨਾਂ ਨੇ ਬਾਹਰੋਂ ਚੰਗੇ ਬਿਲਡਿੰਗ ਵਰਕ ਦੇ ਜਿਹੜੇ ਐਕਸਪੀਰੀਅੰਸ ਬੰਦੇ ਸੀ ਉਹ ਇਕੱਠੇ ਕਰਕੇ ਸਬ ਕਮੇਟੀ ਬਣਾ ਦਿੱਤੀ ਤੇ ਉਹ ਸਬ ਕਮੇਟੀ ਦੇ ਕੰਮ ਦੇ ਵਿੱਚ ਕਦੇ ਦਖਲ ਨਹੀਂ ਦਿੰਦੇ। ਜਦੋਂ ਵੀ ਇਹ ਵਿੱਚ ਬਹਿੰਦੇ ਆ, ਮੀਟਿੰਗ ਕੰਡਕਟ ਕਰਦੇ ਆ, ਸਭ ਕੁਝ ਹੁੰਦਾ, ਜੋ ਵੀ ਫੈਸਲੇ ਹੁੰਦੇ ਆ ਸਰਵਸੰਮਤੀ ਦੇ ਨਾਲ ਸਾਰਿਆਂ ਨੂੰ ਲੈ ਕੇ ਚੱਲਦੇ ਆ। ਸੋ ਇਸ ਗੱਲੋਂ ਇਸ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆ। ਤੇ ਬੇਨਤੀ ਇਹ ਆ ਕਿ ਸਾਰੀ ਸਾਧ ਸੰਗਤ ਨੂੰ ਇਹ, ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਜਾਂਦਾ ਗੁਰੂ ਦਾ ਘਰ ਆ, ਨਾ ਇਹ ਕਿਸੇ ਪ੍ਰਧਾਨ ਦਾ ਘਰ ਆ, ਨਾ ਕਿਸੇ ਪਾਰਟੀ ਦਾ ਘਰ ਆ, ਇਹ ਗੁਰੂ ਦਾ ਘਰ ਆ। ਇਹ ਸਾਡੇ ਗਾਂ ਫਿਊਚਰ
ਜਨਰੇਸ਼ਨ ਨੂੰ ਗੁਰੂ ਘਰ ਦੇ ਨਾਲ ਜੋੜਨ ਲਈ ਵਧੀਆ ਫੈਸਿਲਿਟੀਆਂ ਦੇਣ ਦੀਆਂ ਕੋਸ਼ਿਸ਼ਾਂ ਇਹ ਕਮੇਟੀ ਕਰਦੀ ਆ ਤੇ ਸਾਰੀ ਸੰਗਤ ਨੂੰ ਹੀ ਆਪਣੀ ਪਾਰਟੀਬਾਜ਼ੀ ਛੱਡ ਕੇ ਆਪਣੇ ਗਿਲੇ ਸ਼ਿਕਵੇ ਮੁਕਾ ਕੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਤਾਂ ਕਿ ਇਹ ਆਪਾਂ ਗੁਰੂ ਦਾ ਘਰ ਬਹੁਤ ਵਧੀਆ ਬਣਾ ਸਕੀਏ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਧ ਸੰਗਤ ਜੀ, now we've got Mandeep Singh with us, who's on the subcommittee for the building project, and they're going to explain to us in English why this building is taking place, why this building project is taking place, and how it's going to benefit the local community and the Sikh community in general. ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ। And yeah, just basically, just to explain the sort of history of the existing building, currently what's been behind you, as you can see, has been knocked down. It was a mainly single story with a part 2 story, and the single story had a lot of pillars and stuff in it. So it was mainly used as a gym previously. But as we're trying to sort of encourage the younger children to get more and more involved in the Guru Garden, trying to get them in at an earlier age, we found that the space wasn't adequate for them with the pillars, etc. There was a Gatka class, but they needed a certain ceiling height for them to operate properly. So the plans have started a few years back, and they looked at ways of developing the land and the buildings. They first looked at extending the car park, and we looked at doing basement, but due to the site, the cost of doing that basement as opposed to the parking spaces we would have achieved wasn't quite balancing off. So it's been a number of years in developing. There was an application that went through a couple of years back, and when this committee took over, they promised to move that forward. We looked at that from a technical point of view, and the sort of levels were out with the existing building. And what our main aim here is externally to double the facade. So the Guru Garden will be more prominent, Gurdwara Sahib will be more prominent from the high road and more visible amongst the other buildings and the surrounding buildings. Like Uncle Ji said, they're looking at a future cladding program of marble to make it look even more special from the existing use. What we're hoping for is 2 multi-purpose halls which can be used for weddings and mellies. On busy days where the Langar Hall can't cope, we can extend the Langar Halls out into this space, and more importantly have more youth activity as opposed to fitness class, boxing class, more and more Sikh camps. We know we hold monthly camps at the Guru Gars, but it's just not enough space. We're getting more and more children turn up to these activities, and we just haven't got this space to accommodate it. So hopefully by the end of this year, when this project completes, we'll be able to deliver on all these activities and encourage the youngsters and the youth to get more involved with the Guru Gar, which is what we need for our future. Excellent. That sounds pretty cool because obviously you're taking in mind what's needed, what the congregation requires, what the shortcomings are at the moment, and how you're getting together, which is great. And like I said, I want to reiterate that one point where you've got one committee that's overlooking do Gurdwara Sahibs, and it's great to see that the congregations of both sides are working collectively. And it both soni gal, and I'm thinking for Sangatan watching at home, this is such a great example where everyone can work together for the greater goal, and I think that's great. So what you are doing is tremendous. So well done to all of you for working together and having that vision of looking for what the community is going to need going forward. Hani Paji, just tell us a bit more about how this Gurdwara, the new building, will help the youth going forward. Okay. Currently in both Guru Gars, we run monthly Sikh camps, and we've seen the numbers grow from 50, 60 children that have been turning up to now over 100 on a monthly basis. We're trying to bring that to a weekly basis, trying to encourage the youth to get more involved and to learn about Sikhi from its original roots. We also run weekly sports classes, mainly at the other Guru Gar and some here, but we're just lacking for space here. So once we get the new halls, we're going to increase the number of classes and have different types of sports in our Gurdwaras to encourage the youth to come into the Guru Gars and get involved with sports and the running of the Guru Gars, learning about Langar Hall and how we should behave, Maharaji and the main hall and everything else that happens around that. So we've seen that work quite well already in the couple of years that we've been involved in the management, but we need the facilities to increase that rapidly. That sounds pretty cool actually, because obviously catering for the youngsters and the youth and understanding their needs is priorities especially going forward. So it's great to see that you've got classrooms being built, so Sikhi classes, Sikhi camps, Punjabi classes, the gym, fitness, and I think it's an absolutely tremendous project, and so well done to all that are involved in this. Hanji Bhaji, did you kuch kehna chaਹੁੰਦੇ ਸੀ? I'd just like to touch on by just saying that also these two immense building projects are going ahead now, which is obviously comes to a great cost as well. So obviously we've had Gai Sangat from the East London are very, they
very openly helped towards the Guru Ghar and donated. I'm just pleased with like Baki Sikh Sangat Nal from the East London. Aage donate in every which way you can, seva nal or monetary wise, whatever. Come help us get these projects off the ground. So, Sarela, Dhanwad hove. For the Sangta watching at home, if they want to get involved in these projects to help the Swando Seva or whatever capacity, is there a website that you can direct them to, or is there certain times they can attend the Gurdwara Sahib? Was there a person they can contact? They can see us from there or phone in, or we're in the process of doing online to donate online as well now. So there's a few things put in place as well now. So for more jankari, we can go to the website. Is there a website that you're aware of? Anybody? More importantly, at the minute, we're redeveloping the website, but pay attention to the Singh Sabha London East Facebook, and there's regular updates, regular bits and pieces on there. On there, you'll see the regular meetings. We have an open door policy on all projects, and there's regular meetings held in both Gurudwaras where all major decisions are done in the Sangat. So there's no meetings out a closed door. So we encourage that all Sangat members attend the meetings and put their input in. All that information is on Singh Sabha London East Facebook, and you can get that on there. And we are developing the website further, and you'll see more and more updates on there. But open door policy in both offices, in the management offices, which are open all throughout the day. Anyone's welcome at any point to come in and get information on any Gurdwara projects or matters that they feel fit. Yeah. See, obviously, like, we were at the Gurdwara Sahib in Barking today, and you saw how the congregation, the Sangat, came forward and they donated generously, you know. And so obviously, go look at the Sangat at home. What would you like to say? I'd like to say that please help. It's your local Guru Ghar, na sada, na committee da. It's the local Sikh Sangat, Onara Gurdwara. So please come along in every which way you can do seva. Please come forward. Thank you so much. ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਅੰਕਲ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਜਿਹੜੀਆਂ ਐਕਟੀਵਿਟੀਜ਼ ਇਹਨਾਂ ਨੇ ਦੱਸੀਆਂ ਸਾਡੇ ਸੀਨੀਅਰ ਬੰਦਿਆਂ ਨੇ, ਉਸ ਔਨ ਟਾਪ ਆਫ ਦੈਟ ਮੇਰੇ ਹਿਸਾਬ 'ਚ ਜਦੋਂ ਇਹ ਵੱਡਾ ਗੁਰਦੁਆਰਾ ਸਾਹਿਬ ਬਣ ਜਾਣੇ ਤੇ ਅਸੀਂ ਹੈਲਥ ਐਕਟੀਵਿਟੀ ਦੀਆਂ ਜਿਹੜੀਆਂ ਅਵੇਅਰਨੈਸ ਹੈ ਉਹਨਾਂ 'ਤੇ ਬਹੁਤ ਜ਼ੋਰ ਦਿਆਂਗੇ। ਕੌਂਸਲ ਦੇ ਵਿੱਚੋਂ ਬੰਦੇ ਬੁਲਾਵਾਂਗੇ ਤਾਂ ਕਿ ਜਿਹੜੀ ਆਪਣੀ ਕਮਿਊਨਿਟੀ ਨੂੰ ਅਵੇਅਰਨੈਸ ਹੋ ਸਕੇ ਕਿ ਆਪਣੀ ਹੈਲਥ ਨੂੰ ਕਿੱਦਾਂ ਇੰਪਰੂਵ ਕਰਨਾ ਹੈ। ਜਿਵੇਂ ਯੋਗਾ ਕਲਾਸਿਸ ਹੈ, ਆਪਣੀ ਬਲੱਡ ਪ੍ਰੈਸ਼ਰ ਦੇ ਹੈਗੇ, ਹਾਰਟ ਅਟੈਕ ਤੇ ਇਹ ਅੱਗੇ ਅਸੀਂ ਕਰਾਉਂਦੇ ਸੀ ਥੋੜ੍ਹੇ ਜਿਹੇ ਲੋ ਲੈਵਲ ਤੇ, ਹੁਣ ਜਗ੍ਹਾ ਜ਼ਿਆਦਾ ਹੋ ਜਾਏਗੀ ਤੇ ਅਸੀਂ ਲਾਰਜਰ ਸਕੇਲ ਤੇ ਕਰਾਂਗੇ ਤਾਂ ਕਿ ਉਹਦੇ ਨਾਲ ਕਮਿਊਨਿਟੀ ਨੂੰ ਬਹੁਤ ਫਾਇਦਾ ਹੋਏਗਾ। ਸਾਡੇ ਜਿਹੜੇ ਖਾਸ ਕਰਕੇ ਐਲਡਰਲੀ ਗਰੁੱਪ ਨੇ ਉਹਨਾਂ ਨੂੰ ਬਹੁਤ ਫਾਇਦਾ ਹੋਏਗਾ। ਉਹਨਾਂ ਦੀ ਅਵੇਅਰਨੈਸ ਹੋਣ ਨਾਲ ਉਹਨਾਂ ਦੀ ਹੈਲਥ ਤੇ ਬਹੁਤ ਫਰਕ ਪਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ। Just on that point there, like Uncle G said, we run regular diabetes clinics, we run regular homeopathic clinics, but we're a bit tight for space in both Gurudwaras. So what this will do is provide us that space to increase that to blood pressure, heart disease, and all kinds of different health awareness classes. The other thing I just wanted to finish off that I mentioned earlier with regards to our open door transparency and seva. Come into the Gurudwara. Baji mentioned about donations, but also the Gurudwara needs help and sevadars, whether it's IT, whether it's maintenance, whether it's in the kitchen, whichever way. So if any Sangat members got time, and we have an open door policy on seva as well, come in. It's your Gurudwara, it's your committee. Come in and please help out where you can and bring your skills in, and you'll be most welcomed here. ਸਾਧ ਸੰਗਤ ਜੀ ਦੇਖੋ ਕਿੰਨੀ ਸੋਹਣੀ ਗੱਲ ਹੈਗੀ ਆ ਕਿ ਅਸੀਂ ਜਿੱਥੇ ਵੰਡ ਕੇ ਛਕਣਾ ਹੈਗਾ, ਜਿਹੜੇ ਆਪਣੀ ਨੌਲੇਜ ਵੀ ਹੈਗੀ ਉਹ ਵੀ ਵੰਡਣੀ ਹੈਗੀ ਆ, ਉਹ ਵੀ ਸ਼ੇਅਰ ਕਰਨੀ ਹੈਗੀ ਆ, ਉਹ ਵੀ ਤੁਸੀਂ ਯੋਗਦਾਨ ਪਾ ਸਕਦੇ ਹੈਗੇ ਆ। ਸੋ ਬਹੁਤ ਸੋਹਣੀ ਗੱਲ ਹੈਗੀ ਆ ਕਿ ਇਹਨਾਂ ਨੇ ਖੁੱਲ੍ਹਾ ਰੱਖਿਆ ਹੈਗਾ ਵਾ, ਕੋਈ ਵੀ ਆ ਸਕਦਾ ਉੱਥੇ ਆਪਣਾ ਯੋਗਦਾਨ ਪਾਉਣ ਵਾਸਤੇ, ਜਿੱਦਾਂ ਵੀ ਪਾਉਣਾ ਚਾਹੁੰਦਾ ਉਹ ਕਰ ਸਕਦਾ। ਅਤੇ ਬਹੁਤ ਸੋਹਣਾ ਉਪਰਾਲਾ ਵਾ। ਮਹਾਰਾਜ ਇਹਨਾਂ ਨੂੰ ਕਿਰਪਾ ਸਾਰਿਆਂ ਨੂੰ ਬਖਸ਼ਣ। ਅਤੇ ਬਹੁਤ ਸੋਹਣੀ ਗੱਲ ਆ ਕਿ ਅਸੀਂ ਹੁਣ ਆਵਾਂਗੇ ਜਦੋਂ ਪ੍ਰੋਜੈਕਟ ਕੰਪਲੀਟ ਹੋਣਗੇ ਅਤੇ ਸੰਗਤਾਂ ਨੂੰ ਦਿਖਾਉਣਗੇ ਕਿੱਥੇ ਤੱਕ ਇਹ ਕਿੱਦਾਂ ਹੋ ਗਿਆ ਸੀ ਸਾਰਾ ਪ੍ਰੋਜੈਕਟ। ਅਤੇ ਇਹ ਸਾਰੀ ਕਮੇਟੀ ਦਾ ਅਤੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਜਾਂਦਾ ਵਾ। ਤੇ ਮਹਾਰਾਜ ਕਿਰਪਾ ਕਰਨ, ਤੁਸੀਂ ਇਦਾਂ ਹੀ ਇਹਨਾਂ ਦੇ ਸਾਥ ਦਿੰਦੇ ਰਹੋ, ਸਪੋਰਟ ਕਰਦੇ ਰਹੋ ਕਿ ਇਹ ਸਾਰੇ ਪ੍ਰੋਜੈਕਟ ਪੂਰੇ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।